ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ, ਮੈਂ ਕੁਲਦੀਪ ਚੱਠਾ ਅੱਜ ਤੁਹਾਨੂੰ ਕਹਾਣੀ ਮਜ਼ਾਕ ਦੀ ਹੱਦ ਨਹੀਂ ਹੁੰਦੀ ਸੁਣਾਉਣ ਜਾ ਰਹੀ ਹਾਂ, ਜੋ ਕਿ ਜਸਵੀਰ ਸਿੰਘ ਰਾਣਾ ਜੀ ਦੀ ਲਿਖੀ ਹੋਈ ਹੈ। ਮੈਂ ਘਰ ਦੀ ਛੱਤ ਤੇ ਖੜੀ ਹਾਂ, ਧੁੱਪ ਵਿੱਚ ਆਪਣਾ ਪਰਛਾਵਾਂ ਵੇਖ ਰਹੀ ਹਾਂ। ਮੇਰੇ ਵਾਂਗ ਛੋਟਾ ਜਿਹਾ ਹੈ। ਜੇਕਰ ਸਿੱਪੀ ਕੋਲ ਖੜਾ ਹੁੰਦਾ, ਉਹਨੇ ਹੱਸਣ ਲੱਗ ਪੈਣਾ ਸੀ। ਬੌਣੇ ਬੰਦੇ ਦਾ ਪਰਛਾਵਾਂ ਹੀ ਬੌਣਾ ਨਹੀਂ ਹੁੰਦਾ, ਉਹਦੇ ਕੰਮ ਵੀ ਬੌਣੇ ਹੁੰਦੇ ਨੇ। ਉਹਦੀ ਗੱਲ ਸੋਚਣ ਵਾਲੀ ਹੈ। ਜਿਹੜਾ ਕੰਮ ਉਸਨੇ ਕੀਤਾ ਉਹ ਵੱਡਾ ਹੈ, ਜਿਹੜਾ ਕੰਮ ਮੈਂ ਕੀਤਾ ਉਹ ਛੋਟਾ ਹੈ। ਕਈ ਵਾਰੀ ਸੋਚੀ ਪੈ ਜਾਂਦੀ ਹਾਂ, ਮੈਂ ਕੋਈ ਗਲਤੀ ਤਾਂ ਨਹੀਂ ਕਰ ਬੈਠੀ। ਜਿਸ ਵਕਤ ਕੁਝ ਗਲਤ ਕਰ ਗੁਜ਼ਰਨ ਵਾਲੀ ਸੋਚ ਘੇਰਾ ਪਾਉਂਦੀ ਹੈ, ਮੈਨੂੰ ਲੋਕਾਂ ਦੀਆਂ ਆਵਾਜ਼ਾਂ ਸੁਣਨ ਲੱਗ ਪੈਂਦੀਆਂ ਹਨ। ਸੌਰੀ, ਆਪ ਤਾਂ ਬੌਣੀ ਹੈਗੀ ਓ ਸੀ, ਕੰਮ ਤਾਂ ਵੱਡਾ ਕਰ ਲੈਂਦੀ। ਲੈ, ਬੌਣੀ ਕਿੱਥੇ ਕਹਾਉਂਦੀ ਐ, ਇਹ ਪੂਰੀ ਤੀਵੀਂ ਵਾਲਾ ਨਖਰਾ ਰੱਖਦੀ ਐ ਤਾਇਆ। ਬੰਦਿਆਂ ਤੀਵੀਆਂ ਦੀਆਂ ਗੱਲਾਂ ਆਪਸ ਵਿੱਚ ਟਕਰਾਉਣ ਲੱਗਦੀਆਂ ਹਨ। ਲੈ, ਤੀਵੀਂ ਨਹੀਂ, ਤੀਵੀਂ ਦਾ ਨਾਂ ਨਹੀਂ, ਕੰਜਰੀ ਨੇ ਇੰਨਾ ਸੋਹਣਾ ਮੁੰਡਾ ਗਾਲ ਕੇ ਰੱਖਤਾ। ਜ਼ਹਿਰ ਬੁਝੀਆਂ ਆਵਾਜ਼ਾਂ ਮੇਰਾ ਪਿੱਛਾ ਕਰਨ ਲੱਗਦੀਆਂ ਹਨ। ਉਹਨਾਂ ਤੋਂ ਪਿੱਛਾ ਛਡਾਉਣ ਲਈ ਮੈਂ ਛੱਤ ਤੇ ਜਾ ਚੜ੍ਹਦੀ ਹਾਂ। ਜਿਉਂ ਹੀ ਛੱਤ ਉੱਪਰ ਆਉਂਦੀ ਹਾਂ, ਹਵਾ ਚੁਗਲੀਆਂ ਕਰਨ ਲੱਗਦੀ ਹੈ। ਤੀਵੀਆਂ ਦੀ ਟੋਲੀ ਚੁਬਾਰੇ ਵਾਲਿਆਂ ਦੇ ਘਰ ਕੋਲ ਆ ਖੜ੍ਹਦੀ ਹੈ। ਜੱਸੀ ਉਹਨਾਂ ਦੀ ਪ੍ਰਧਾਨ ਹੈ। ਮੈਂ ਉਸ ਵੱਲ ਵੇਖਣ ਲੱਗ ਪਈ ਹਾਂ। ਉਹ ਮੇਰੇ ਵੱਲ ਬੁੱਲ੍ਹ ਕੱਢ-ਕੱਢ ਕੁਝ ਕਹਿ ਰਹੀ ਹੈ। ਤੀਵੀਆਂ ਹੱਸ ਰਹੀਆਂ ਹਨ। ਇਹਨਾਂ ਨੂੰ ਮੇਰਾ ਰੋਣਾ ਸੁਣਾਈ ਨਹੀਂ ਦਿੰਦਾ। ਉਹਨਾਂ ਵੱਲ ਵੇਖ ਮੈਂ ਆਪਣੇ ਪਰਛਾਵੇਂ ਵਾਲੀ ਥਾਂ ਉੱਪਰ ਜ਼ੋਰ ਦੀ ਲੱਤ ਮਾਰੀ ਹੈ। ਖੜਾਕਾ ਸੁਣ ਜੱਸੀ ਉੱਪਰ ਨੂੰ ਝਾਕੀ ਹੈ। ਮੈਂ ਜੀਭ ਕੱਢ ਉਸ ਨੂੰ ਦੰਦੀਆਂ ਚੜਾਉਣ ਲੱਗ ਪਈ ਹਾਂ। ਉਹ ਮੈਨੂੰ ਇੱਕ ਗਿੱਠ ਨਾਲ ਮੁੱਠੀ ਜੋੜ ਕੇ ਦਿਖਾਉਣ ਲੱਗ ਪਈ ਹੈ। ਲੁੱਚੀ ਆਪ ਤਾਂ 900 ਚੂਹੇ ਖਾ ਕੇ ਹੱਜ ਕਰ ਆਉਂਦੀ ਹੈ। ਉਸ ਨੂੰ ਗਾਲਾਂ ਕੱਢਦੀ ਹੋਈ ਮੈਂ ਪੌੜੀਆਂ ਉਤਰਨ ਲੱਗ ਪਈ ਹਾਂ। ਮੈਂ ਪੌੜੀਆਂ ਕੋਲ ਖੜੀ ਹਾਂ। ਇਸ ਥਾਂ ਤੋਂ ਸਾਹਮਣਾ ਕਮਰਾ ਦਿਸਦਾ। ਉਸ ਵਿੱਚ ਸਿੱਪੀ ਹੈ। ਉਹ 15 ਦਿਨਾਂ ਤੋਂ ਬਾਹਰ ਨਹੀਂ ਨਿਕਲਿਆ। ਚੋਰ ਦੀ ਮਾਂ ਵਾਂਗ ਅੰਦਰ ਹੀ ਪਿਆ ਹੈ। ਨਾ ਮੈਂ ਬੋਲਦੀ ਹਾਂ, ਨਾ ਉਹ ਬੋਲਦਾ ਹੈ। ਸਾਡੀ ਚੁੱਪ ਬੋਲਦੀ ਹੈ। ਜਿਸ ਵਕਤ ਮੈਨੂੰ ਭੁੱਖ ਲੱਗਦੀ ਹੈ, ਉਸ ਨੂੰ ਰੋਟੀ ਪਾਣੀ ਦੇ ਆਉਂਦੀ ਹਾਂ। ਕਈ ਵਾਰੀ ਤਾਂ ਖਾ ਪੀ ਲੈਂਦਾ, ਕਈ ਵਾਰੀ ਕੰਧ ਵੱਲ ਨੂੰ ਮੂੰਹ ਕਰ ਲੈਂਦਾ ਹੈ। ਮੈਂ ਚੁੱਪਚਾਪ ਪਰਤ ਆਉਂਦੀ ਹਾਂ। ਮੈਨੂੰ ਉਸਦੀ ਚੁੱਪ ਤੋਂ ਡਰ ਆਉਣ ਲੱਗ ਪਿਆ ਹੈ। ਰਾਤ ਨੂੰ ਨੀਂਦ ਨਹੀਂ ਆਉਂਦੀ। ਜਿਉਂ ਹੀ ਅੱਖ ਲੱਗਦੀ ਹੈ, ਸਿੱਪੀ ਦਿਸਣ ਲੱਗਦਾ ਹੈ। ਛੋਟਾ ਜਿਹਾ ਕੱਦ, ਹੱਥ ਵਿੱਚ ਲੰਬਾ ਚਾਕੂ। ਉਹ ਮੇਰੇ ਵੱਲ ਨੂੰ ਵਧਣ ਲੱਗਦਾ ਹੈ। ਮੈਂ ਡਰੀ ਹੋਈ ਆਵਾਜ਼ ਵਿੱਚ ਪੁੱਛਣ ਲੱਗਦੀ ਹਾਂ, ਤੇਰੇ ਕੱਦ ਨੂੰ ਕੀ ਹੋ ਗਿਆ ਸਿੱਪੀ? ਤੂੰ ਮੈਨੂੰ ਬੌਣਾ ਕੀਤਾ, ਮੈਂ ਤੇਰੀ ਜਾਨ। ਉਹ ਮੈਨੂੰ ਮਾਰਨ ਲਈ ਤਲਵਾਰ ਵਾਂਗ ਚਾਕੂ ਘੁਮਾਉਂਦਾ ਹੈ। ਮੈਂ ਬੱਚਿਆਂ ਵਾਂਗ ਚੀਕਾਂ ਮਾਰਨ ਲੱਗਦੀ ਹਾਂ। ਮੇਰੀ ਆਵਾਜ਼ ਸੁਣ ਨਾਲ ਪਿਆ ਰੋਮੀ ਉੱਠ ਖੜ੍ਹਦਾ ਹੈ। ਮੰਮੀ, ਤੈਨੂੰ ਕੀ ਹੋ ਗਿਆ? ਕੁਛ ਨਹੀਂ ਹੋਇਆ ਪੁੱਤ, ਪੈ ਜਾ। ਪਰ ਉਹ ਪੈਣ ਦੀ ਥਾਂ ਹੱਸਣ ਲੱਗ ਪੈਂਦਾ ਹੈ। ਮੰਮੀ ਦੇਖੀ, ਤੇਰੀ ਆਵਾਜ਼ ਮੇਰੇ ਵਰਗੀ ਹੈ। ਉਹ ਸੱਚ ਕਹਿੰਦਾ ਹੈ। ਮੇਰੀ ਆਵਾਜ਼ ਬੱਚਿਆਂ ਵਰਗੀ ਹੈ, ਪਤਲੀ ਤੋਂ ਵੀ ਪਤਲੀ। ਜਦੋਂ ਮੈਂ ਬੋਲਦੀ ਹਾਂ, ਤੀਵੀਆਂ ਇੱਕ ਦੂਜੀ ਨੂੰ ਕੂਣੀਆਂ ਮਾਰਨ ਲੱਗ ਪੈਂਦੀਆਂ। ਨੀ ਆਹ ਪੀਪਣੀ ਕਿੱਥੇ ਵੱਜਦੀ ਹੈ? ਤੂੰ ਨਾ ਬੋਲਿਆ ਕਰ ਨਿੰਦੀ, ਤੇਰੀ ਆਵਾਜ਼ ਨਹੀਂ ਸੋਹਣੀ। ਸਕੂਲ ਵਿੱਚ ਮੈਨੂੰ ਸਹੇਲੀਆਂ ਵੀ ਚੁੱਪ ਕਰਵਾ ਦਿੰਦੀਆਂ ਸੀ, ਪਰ ਮੈਂ ਪਰਵਾਹ ਨਹੀਂ ਕਰਦੀ। ਡੰਕੇ ਦੀ ਚੋਟ ਤੇ ਬੋਲਦੀ ਹਾਂ। ਮੇਰੀ ਆਵਾਜ਼ ਸੁਣ ਹਰ ਕੋਈ ਨਵੀਂ ਹੀ ਬੋਲੀ ਬੋਲਦਾ ਹੈ। ਬੋਲੀ ਜਾ, ਨਗਾਰਖਾਨੇ ਵਿੱਚ ਤੂਤੀ ਦੀ ਕੌਣ ਸੁਣਦਾ? ਆਖਰ ਮੈਂ ਵੀ ਗੱਲ ਕਰਨੀ ਹੈ। ਲੋਕਾਂ ਵੱਲ ਮੂੰਹ ਕਰ, ਮੈਂ ਉੱਚੀ ਉੱਚੀ ਬੋਲਣ ਲੱਗਦੀ ਹਾਂ। ਮੇਰੀ ਰੂਹ ਗੱਲਾਂ ਨਾਲ ਭਰੀ ਪਈ ਹੈ, ਪਰ ਕੋਈ ਸੁਣਨ ਵਾਲਾ ਨਹੀਂ। ਜਦੋਂ ਮੈਂ ਪੇਕੇ ਘਰ ਸੀ, ਮਾਂ ਬਾਪ ਤੇ ਭੈਣ ਭਰਾਵਾਂ ਨੇ ਇੱਕ ਨਹੀਂ ਸੁਣੀ। ਜਦੋਂ ਸਿੱਪੀ ਦੇ ਘਰ ਆਈ, ਇਹ ਪਹਿਲਾਂ ਤਾਂ ਮੈਨੂੰ ਆਪਣੀ ਬਾਰਬੀ ਡੋਲ ਆਖਦਾ ਹੁੰਦਾ ਸੀ, ਪਰ ਰੋਮੀ ਦੇ ਜਨਮ ਤੋਂ ਬਾਅਦ ਬੌਣੀ ਕਹਿਣ ਲੱਗ ਪਿਆ, ਗਾਲਾਂ ਕੱਢਣ ਲੱਗ ਪਿਆ, ਫਿਰ ਮਾਰਨ ਕੁੱਟਣ ਲੱਗ ਪਿਆ। ਜੇਕਰ ਮੈਂ ਰੌਲਾ ਪਾਉਂਦੀ, ਇਹ ਮੇਰੇ ਮੂੰਹ ਉੱਪਰ ਹੱਥ ਰੱਖ ਲੈਂਦਾ, ਦੂਜੇ ਹੱਥ ਨਾਲ ਕੁੱਟੀ ਜਾਂਦਾ। ਕਈ ਵਾਰੀ ਰਾਤ ਨੂੰ ਮੇਰੇ ਮੂੰਹ ਤੇ ਸਿਰਹਾਣਾ ਰੱਖ ਕੇ ਕੁੱਟਦਾ। ਮੇਰੀ ਕੋਈ ਸੁਣਵਾਈ ਨਹੀਂ ਸੀ। ਮੈਂ ਕੋਈ ਗੱਲ ਸੁਣਨ ਵਾਲਾ ਲੱਭਦੀ ਰਹਿੰਦੀ। ਜਿਸ ਵਕਤ ਸਕੂਲ ਪੜ੍ਹਦੀ ਸੀ, ਸਹੇਲੀਆਂ ਨੂੰ ਆਖਦੀ, ਨੀ ਇੱਕ ਮਿੰਟ ਮੇਰੀ ਗੱਲ ਸੁਣੀ। ਨੀ ਤੂੰ ਚੁੱਪ ਕਰ ਰਿਹਾ ਕਰ, ਤੇਰੀਆਂ ਗੱਲਾਂ ਵੀ ਤੇਰੇ ਵਾਂਗ ਛੋਟੀਆਂ ਛੋਟੀਆਂ ਹੁੰਦੀਆਂ ਨੇ, ਨਾ ਕੋਈ ਸਵਾਦ ਨਾ ਬੰਨ। ਮੈਨੂੰ ਚੁੱਪ ਕਰਵਾਉਣ ਵਾਲੀ ਦੀ ਗੱਲ ਸੁਣ ਬਾਕੀ ਹੱਸਣ ਲੱਗ ਪੈਂਦੀਆਂ। ਨੀ ਸਵਾਦ ਬਣ ਕੀ ਆਉਣਾ, ਇਹਦੀਆਂ ਗੱਲਾਂ ਤਾਂ ਊਠ ਦੇ ਪੱਦ ਵਰਗੀਆਂ ਹੁੰਦੀਆਂ ਨੇ। ਕੁੜੀਆਂ ਦੀਆਂ ਗੱਲਾਂ ਸੁਣ ਮੈਂ ਰੋਣ ਲੱਗ ਪੈਂਦੀ। ਉਹ ਮੇਰਾ ਕੱਦ ਵੇਖਦੀਆਂ ਸਨ, ਕੋਈ ਮੇਰਾ ਦਿਲ ਨਾ ਵੇਖਦੀ। ਜਿਸ ਸਾਲ ਸਾਡੀ ਕਲਾਸ ਦੀ ਫੇਅਰਵੈੱਲ ਪਾਰਟੀ ਸੀ, ਮੈਂ ਵੀ ਨਵਾਂ ਸੂਟ ਪਾ ਪੂਰੀ ਟੌਰ ਲਾ ਕੇ ਗਈ। ਸਾਡੀ ਗਰੁੱਪ ਫੋਟੋ ਹੋਣੀ ਸੀ। ਜਿਸ ਵਕਤ ਫੋਟੋਗ੍ਰਾਫਰ ਆਇਆ, ਰੌਲਾ ਪੈਣ ਲੱਗ ਪਿਆ।
ਉਹ ਸਭ ਨੂੰ ਖਿਡਾਉਣ ਲੱਗ ਪਿਆ। ਸਾਰੀ ਕਲਾਸ ਮਾਸਟਰਾਂ ਦੀਆਂ ਕੁਰਸੀਆਂ ਪਿੱਛੇ ਖੜ੍ਹ ਗਈ। ਕੁਝ ਕੁੜੀਆਂ ਮਾਸਟਰਾਂ ਦੇ ਪੈਰਾਂ ਕੋਲ ਚੌਂਕੜੀ ਮਾਰ ਬੈਠ ਗਈਆਂ। ਮੈਂ ਇਕੱਲੀ ਹੀ ਪਰਾਂ ਖੜ੍ਹੀ ਸੀ। ਕੋਈ ਮੈਨੂੰ ਆਪਣੇ ਕੋਲ ਖਿਡਾਉਣ ਲਈ ਤਿਆਰ ਨਹੀਂ ਸੀ। ਮੈਂ ਇੰਦਰਜੀਤ ਸਰ ਕੋਲ ਖੜ੍ਹਨਾ ਚਾਹੁੰਦੀ ਸੀ। ਉਹ ਮੇਰੇ ਮਨਪਸੰਦ ਮਾਸਟਰ ਸਨ। ਜਿਉਂ ਹੀ ਉਹਨਾਂ ਦੀ ਨਜ਼ਰ ਮੇਰੇ ਉੱਪਰ ਪਈ, ਉਹ ਮੈਨੂੰ ਪੁੱਛਣ ਲੱਗ ਪਏ, ਕਿਉਂ ਬੇਟਾ ਨਿੰਦੀ, ਤੂੰ ਇੱਥੇ ਕਿਉਂ ਖੜ੍ਹੀ ਹੈ? ਫੋਟੋ ਨਹੀਂ ਕਰਾਉਣੀ? ਚੱਲ ਆ। ਸਰ, ਇਹ ਕਿਤੇ ਵੀ ਖੜ੍ਹ ਜੇ, ਫੋਟੋ ਵਿੱਚ ਤਾਂ ਆਉਣੀ ਨਹੀਂ। ਮੇਰੀ ਤੋਰ ਵੇਖ। ਕੁੜੀਆਂ ਦੀਆਂ ਆਵਾਜ਼ਾਂ ਆਈਆਂ। ਸਰ, ਤੁਸੀਂ ਇਹਨੂੰ ਆਪਣੀ ਗੋਦੀ 'ਚ ਬਿਠਾ ਲਵੋ। ਬਹਿ ਜਾ ਬੱਚੇ, ਫੋਟੋ ਕਰਵਾ ਲੈ, ਫਿਰ ਤੈਨੂੰ ਗੋਲ ਗੱਪੇ ਖਵਾਵਾਂਗੇ। ਮੁੰਡਿਆਂ ਦਾ ਹਾਸਾ ਸੁਣ ਮੈਂ ਸ਼ਰਮ ਨਾਲ ਪਾਣੀ ਹੋ ਗਈ ਸੀ। ਸਭ ਨੂੰ ਪਤਾ ਸੀ ਜਦੋਂ ਮੈਂ ਅੱਧੀ ਛੁੱਟੀ ਗੋਲ ਗੱਪੇ ਖਾਂਦੀ, ਪੂਰਾ ਗੋਲ ਗੱਪਾ ਮੂੰਹ ਵਿੱਚ ਨਾ ਪੈਂਦਾ, ਉਹ ਫੁੱਟ ਜਾਂਦਾ, ਪਾਣੀ ਮੇਰੀ ਕਮੀਜ਼ ਉੱਪਰ ਡੁੱਲ ਜਾਂਦਾ। ਰੇਹੜੀ ਵਾਲਾ ਭਾਈ ਹੱਸਣ ਲੱਗ ਪੈਂਦਾ, ਮੈਂ ਰੋਣ ਲੱਗ ਪੈਂਦੀ ਸੀ। ਮੰਮੀ, ਮੰਮੀ, ਬਾਹਰ ਰੇਹੜੀ ਵਾਲਾ ਭਾਈ ਜਾਂਦਾ, ਉਹਨੂੰ ਰੋਕੀ, ਮੈਂ ਗੋਲ ਗੱਪੇ ਖਾਣੇ ਨੇ। ਰੋਮੀ ਦੀ ਆਵਾਜ਼ ਸੁਣ ਮੈਂ ਹੱਸਣ ਲੱਗ ਪਈ ਹਾਂ। ਰੱਬ ਦਾ ਸ਼ੁਕਰ ਹੈ, ਇਹ ਤਾਂ ਗੋਲ ਗੱਪੇ ਖਾ ਸਕਦਾ। ਛੋਟੀ ਉਮਰ ਵਿੱਚ ਹੀ ਮੈਥੋਂ ਉੱਚਾ ਲੰਘ ਗਿਆ ਹੈ। ਸਿੱਪੀ 6 ਫੁੱਟ ਲੰਬਾ ਹੈ, ਮੈਂ 3 ਫੁੱਟ ਤੋਂ ਵੀ ਛੋਟੀ ਹਾਂ। ਅਸੀਂ 4 ਭੈਣ ਭਰਾ ਹਾਂ, 2 ਭਰਾ, ਇੱਕ ਮੇਰੀ ਭੈਣ। ਉਹਨਾਂ ਤਿੰਨਾਂ ਦਾ ਕੱਦ ਮਾਂ ਬਾਪ 'ਤੇ ਗਿਆ ਹੈ। ਮੈਂ ਸਭ ਤੋਂ ਵੱਡੀ ਹਾਂ। ਉਹ ਬਾਅਦ ਵਿੱਚ ਜੰਮ ਕੇ ਵੀ ਮੈਥੋਂ ਉੱਚੇ ਹੋ ਗਏ, ਪੜ੍ਹ ਲਿਖ ਕੇ ਨੌਕਰੀਆਂ 'ਤੇ ਲੱਗ ਗਏ। ਮੈਨੂੰ ਮੁੰਡਿਆਂ ਕੁੜੀਆਂ ਦੀਆਂ ਗੱਲਾਂ ਲੈ ਬੈਠੀਆਂ। ਮਸਾਂ 10ਵੀਂ ਪਾਸ ਕੀਤੀ, ਕਿਤਾਬਾਂ ਵੱਲ ਪਿੱਠ ਕਰ ਘਰ ਬੈਠ ਗਈ। ਜਿਸ ਵਕਤ ਮੈਂ ਘਰ ਵਿੱਚ ਇਕੱਲੀ ਹੁੰਦੀ, ਲੋਕਾਂ ਦੀਆਂ ਨਜ਼ਰਾਂ ਪਿੱਠ ਵਿੱਚ ਚੁਭਣ ਲੱਗਦੀਆਂ। ਮੈਂ ਘਰ ਦੀ ਛੱਤ ਉੱਪਰ ਜਾ ਚੜ੍ਹਦੀ, ਧੁੱਪ ਵਿੱਚ ਆਪਣਾ ਪਰਛਾਵਾਂ ਵੇਖਦੀ ਰਹਿੰਦੀ। ਜਦੋਂ ਧੁੱਪ ਚੁਭਣ ਲੱਗਦੀ, ਮੈਂ ਹੇਠਾਂ ਉਤਰ ਆਉਂਦੀ, ਕਮਰੇ ਵਿੱਚ ਜਾਂਦੀ, ਸ਼ੀਸ਼ੇ ਅੱਗੇ ਖੜ੍ਹ ਆਪਣਾ ਕੱਦ ਵੇਖਣ ਲੱਗਦੀ। ਮੇਰੀਆਂ ਹਰਕਤਾਂ ਵੇਖ ਵੇਖ ਮਾਂ ਅੱਕੀ ਪਈ ਸੀ। ਜੇਕਰ ਉਹ ਉੱਪਰ ਹੀ ਆ ਜਾਂਦੀ, ਮੈਨੂੰ ਗਾਲਾਂ ਕੱਢਣ ਲੱਗ ਪੈਂਦੀ। ਨੀ ਬਹਿ ਜਾ ਆਰਾਮ ਨਾਲ, ਇਹਨਾਂ ਲੱਛਣਾਂ ਨਾਲ ਤੇਰਾ ਕੱਦ ਨਹੀਂ ਵਧਣ ਲੱਗਿਆ। ਮਾਂ ਦੀਆਂ ਗਾਲਾਂ ਸੁਣ ਮੈਂ ਉਹਦੀ ਪੇਟੀ ਓਹਲੇ ਜਾ ਖੜ੍ਹਦੀ। ਉੱਥੇ ਮੇਰੇ ਗੁੱਡੀਆਂ ਪਟੋਲੇ ਪਏ ਸਨ। ਵਿਆਹ ਹੋਇਆ ਮੇਰੇ ਬਾਬਲਾ। ਜਿਸ ਵਕਤ ਮੈਂ ਗੁੱਡੀ ਨੂੰ ਸ਼ਿੰਗਾਰ ਉਹਦਾ ਵਿਆਹ ਕਰਨ ਲੱਗਦੀ, ਵਿਆਹ ਵਿੱਚ ਵੀ ਦਾ ਲੇਖਾ ਪੈ ਜਾਂਦਾ। ਮਾਂ ਫਿਰ ਗਾਲਾਂ ਕੱਢਣ ਲੱਗਦੀ, ਨੀ ਤੂੰ ਕਿੱਥੇ ਜੰਮਤੀ ਸਾਡੇ, ਜੇ ਜੰਮੀ ਤੀ ਭੋਰਾ ਕੱਦ ਤਾਂ ਦਿਖਾ ਲਿਆਉਂਦੀ। ਹੇ ਮੇਰੇ ਮਾਲਕਾ, ਦੱਸ ਇਹ ਬੌਣੀ ਨੂੰ ਕਿਹੜਾ ਲਊ? ਰੱਬ ਨੂੰ ਉਲਾਂਭਾ ਦਿੰਦਾ ਹੋਇਆ ਬਾਪੂ ਮੱਥੇ ਉੱਪਰ ਹੱਥ ਮਾਰਦਾ। ਪਿੰਡ ਦੀਆਂ ਕੁੜੀਆਂ ਮਜ਼ਾਕ ਕਰਦੀਆਂ, ਨੀ ਇਹਦਾ ਤਾਂ ਮੱਥਾ ਹੀ ਸਾਫ਼ ਹੈ, ਇਸ ਉੱਪਰ ਸ਼ੇਰੇ ਵਾਲੇ ਦਾ ਨਾਂ ਨਹੀਂ ਲਿਖਿਆ ਹੋਇਆ। ਪਰ ਉਸ ਦਿਨ ਸਾਰਾ ਝੂਠ ਸੱਚ ਬਣ ਗਿਆ ਸੀ। ਜਿਸ ਦਿਨ ਸਿੱਪੀ ਸਿਹਰਾ ਬੰਨ੍ਹ ਮੈਨੂੰ ਵਿਆਹੁਣ ਆਇਆ। ਜੇਕਰ ਇਹਦਾ ਕੱਦ ਛੋਟਾ, ਇਸ ਵਿੱਚ ਇਹਦਾ ਕੀ ਕਸੂਰ ਹੈ? ਆਪਾਂ ਰੱਬ ਦੀ ਕਰਨੀ ਦੀ ਸਜ਼ਾ ਇਸ ਨੂੰ ਨਹੀਂ ਦੇ ਸਕਦੇ। ਮੈਂ ਕਰਾਊਂ ਇਸ ਨਾਲ ਵਿਆਹ। ਉਹਦੀ ਸੋਚ ਦਾ ਕੱਦ ਵੇਖ ਭਾਨੀ ਮਾਰਨ ਦੀ ਜ਼ੁਬਾਨ ਠਾਕੀ ਗਈ। ਉਸ ਦਾ ਰੰਗ ਰੂਪ ਵੇਖ ਕੁੜੀਆਂ ਦੀ ਅੱਖਾਂ ਵਿੱਚ ਈਰਖਾ ਦੀ ਅੱਗ ਮੱਚ ਉੱਠੀ। ਉਂਝ ਤਾਂ ਕੋਈ ਕੁਝ ਨਾ ਕਰ ਸਕਿਆ, ਪਰ ਹਰ ਹਾਰੀ ਹੋਈ ਜ਼ੁਬਾਨ ਕਹਿ ਰਹੀ ਸੀ, ਲੈ ਵਿਆਹ ਕਾਹਦਾ ਇਹ ਤਾਂ ਊਠ ਦੇ ਗਲ ਟੱਲੀ ਬੰਨ੍ਹੀ ਹੈ। ਨੀ ਚੱਲ ਚੰਗਾ ਹੋਇਆ, ਪ੍ਰਾਹੁਣਾ ਗੋਦੀ ਚੱਕ ਕੇ ਖਿਡਾਇਆ ਕਰੂ। ਤੀਵੀਆਂ ਘੁਸਰ ਮੁਸਰ ਕਰ ਰਹੀਆਂ ਸਨ। ਮਸਾਂ ਸ਼ਾਮ ਹੋਈ, ਮੈਂ ਡੋਲੀ ਵਾਲੀ ਕਾਰ ਵਿੱਚ ਬੈਠ ਗਈ। ਜਿਸ ਵਕਤ ਕਾਰ ਸਹੁਰੇ ਘਰ ਅੱਗੇ ਰੁਕੀ, ਫਿਰ ਘੁਸਰ ਮੁਸਰ ਸ਼ੁਰੂ ਹੋ ਗਈ। ਗੀਤਾਂ ਨਾਲੋਂ ਹਾਸਾ ਉੱਚੀ ਹੋ ਗਿਆ। ਕੁੜੀਆਂ ਪਾਣੀ ਵਾਰ ਰਹੀ ਸੱਸ ਨੂੰ ਮਜ਼ਾਕ ਕਰ ਰਹੀਆਂ ਸਨ। 1 ਮਿੰਟ ਰੁਕ ਜਾ ਚਾਚੀ, ਪਹਿਲਾਂ ਬਹੂ ਨੂੰ ਗੋਦੀ ਚੱਕ ਲਈਏ। ਗੋਦੀ ਚੁੱਕਣ ਵਾਲੀ ਗੱਲ ਯਾਦ ਕਰ ਮੈਂ ਕੰਬਣ ਲੱਗ ਪਈ ਹਾਂ। ਅੱਖਾਂ ਵਿੱਚ ਖੂਨ ਉਤਰ ਆਇਆ ਹੈ। ਮੇਰੀ ਨਜ਼ਰ ਸਾਹਮਣੇ ਕਮਰੇ ਵਿੱਚ ਪਏ ਸਿੱਪੀ ਉੱਪਰ ਜਾ ਟਿਕੀ ਹੈ। ਉੱਚਾ ਲੰਬਾ ਗੱਭਰੂ ਪੱਲੇ ਵਿੱਚ ਠੀਕਰੀਆਂ ਪਾਈ ਪਿਆ ਹੈ। ਜਿਸ ਦਿਨ ਦਾ ਉਹ ਬੈੱਡ 'ਤੇ ਪਿਆ, ਉਸ ਕੋਲ ਚਾਕੂ ਹੈ। ਮੈਂ ਉਸ ਨੂੰ ਘੂਰ ਰਹੀ ਹਾਂ, ਉਹਦਾ ਚਾਕੂ ਵਾਲਾ ਹੱਥ ਮੈਨੂੰ ਘੂਰ ਰਿਹਾ ਹੈ। ਬੌਣਾ ਬੰਦਾ ਚਾਕੂ ਨਹੀਂ ਚਲਾ ਸਕਦਾ। ਹਵਾ ਨਾਲ ਗੱਲਾਂ ਕਰਦੀ ਹੋਈ ਮੈਂ ਰੋਮੀ ਵੱਲ ਝਾਕੀ ਹਾਂ। ਉਹ ਪੌੜੀਆਂ ਕੋਲ ਬੈਠਾ ਗੋਲ ਗੱਪੇ ਖਾ ਰਿਹਾ ਹੈ। ਉਸ ਦੇ ਸਿਰ 'ਤੇ ਹੱਥ ਰੱਖ ਮੈਂ ਸਿੱਪੀ ਦੇ ਕਮਰੇ ਅੱਗੇ ਜਾ ਖੜ੍ਹੀ ਹਾਂ। ਉਸ ਦਾ ਅੱਧ ਖੁੱਲ੍ਹਾ ਦਰਵਾਜ਼ਾ ਪੂਰਾ ਖੋਲ੍ਹ ਦਿੱਤਾ ਹੈ। ਆਹ ਦਰਵਾਜ਼ਾ ਨਾ ਖੋਲ੍ਹ, ਮੈਨੂੰ ਚਾਨਣ ਤੋਂ ਡਰ ਆਉਂਦਾ ਹੈ। ਕੰਧਾਂ ਨਾਲ ਗੱਲਾਂ ਕਰਦਾ ਸਿੱਪੀ ਮੈਨੂੰ ਸੁਣਾ ਰਿਹਾ ਹੈ। ਉਸ ਵਿੱਚ ਅੱਖ ਮਿਲਾਉਣ ਦੀ ਹਿੰਮਤ ਨਹੀਂ ਰਹੀ। ਉਹ ਮੇਰੇ ਨਾਲ ਅੱਖ ਚੁਰਾ ਕੇ ਗੱਲ ਕਰਦਾ ਹੈ। ਜਿਸ ਦਿਨ ਦਾ ਉਹ ਬੈੱਡ ਉੱਪਰ ਪਿਆ, ਮੋਬਾਈਲ ਨੂੰ ਵੀ ਹੱਥ ਨਹੀਂ ਲਾਇਆ। ਪਹਿਲਾਂ ਉਹਦਾ ਹੱਥ ਹਰ ਵਕਤ ਮੋਬਾਈਲ ਉੱਪਰ ਥਿਰਕਦਾ ਰਹਿੰਦਾ ਸੀ। ਦੱਸ ਤੈਨੂੰ ਕੀ ਲੋੜ ਪਈ ਸੀ ਉਹਦੇ ਮੁਰਦਾ ਹੱਥਾਂ ਵੱਲ ਵੇਖ ਮੈਂ ਹੌਂਕਾ ਲਿਆ ਹੈ।
ਉਹ ਵੀ ਦਿਨ ਸਨ ਜਦੋਂ ਮੈਂ ਇਹਨਾਂ ਹੱਥਾਂ ਨੂੰ ਚੁੰਮਦੀ ਨਹੀਂ ਥੱਕਦੀ ਸੀ। ਇਹਨਾਂ ਹੱਥਾਂ ਨੇ ਮੈਨੂੰ ਉੱਚਾ ਚੁੱਕਿਆ ਸੀ। ਮੈਨੂੰ ਵਿਆਹ ਕੇ ਸਿੱਪੀ ਨੇ ਮੇਰੀ ਹੋਣੀ ਕੱਟੀ ਸੀ। ਉਹਦੀ ਉੱਚੀ ਸੋਚ ਦਾ ਕੱਦ ਮੇਰਾ ਆਸਮਾਨ ਸੀ। ਉਸ ਵੱਲ ਵੇਖ ਮੈਂ ਉੱਡੀ ਫਿਰਦੀ, ਨਿੱਤ ਨਵਾਂ ਸੂਟ ਪਾਉਂਦੀ, ਬਿਊਟੀ ਪਾਰਲਰ ਜਾਂਦੀ, ਮੇਕਅਪ ਕਰਦੀ, ਹੱਥ ਵਿੱਚ ਮੋਬਾਈਲ ਫੜ ਤੀਵੀਆਂ ਵਾਂਗ ਹਿੱਕ ਕੱਢ ਤੁਰਦੀ। ਜਿੱਧਰ ਦੀ ਵੀ ਲੰਘਦੀ ਹਰ ਅੱਖ ਮੈਨੂੰ ਤਾੜਦੀ, ਪਰ ਮੈਂ ਨਜ਼ਰ ਸਿੱਧੀ ਰੱਖਦੀ। ਬਸ ਉਸ ਕਰਤਾਰ ਦੀ ਨਜ਼ਰ ਸਿੱਧੀ ਚਾਹੀਦੀ ਹੈ। ਜ਼ਿੰਦਗੀ ਦੀ ਬਾਜੀ ਸਿੱਧੀ ਪਈ ਵੇਖ ਮੈਂ ਸ਼ੁਕਰ ਮਨਾਉਂਦੀ। ਪਰ ਜਿਸ ਸਾਲ ਰੋਮੀ ਦਾ ਜਨਮ ਹੋਇਆ, ਉਸ ਸਾਲ ਸਿੱਪੀ ਦੀ ਅੱਖ ਵਿੱਚ ਕਸਾਈ ਪੈਦਾ ਹੋ ਗਿਆ ਸੀ। ਉਸ ਦੀ ਨਜ਼ਰ ਪਲਟ ਗਈ। ਉਹ ਮੇਰੀ ਕੱਟੀ ਹੋਣੀ ਜੋੜਨ ਲੱਗ ਪਿਆ। ਜੇਕਰ ਮੈਂ ਕੱਪੜਿਆਂ ਵਾਲੀ ਤਾਰ ਨੀਵੀਂ ਕਰਨ ਲਈ ਆਖਦੀ, ਉਹ ਆਖਦਾ, ਐਨੀ ਤਾਂ ਨੀਵੀਂ ਹੈ, ਤੇਰਾ ਕੱਦ ਹੀ ਛੋਟਾ, ਨਹੀਂ ਪੈਂਦੇ ਧਰਤੀ 'ਤੇ ਹੀ ਕੱਪੜੇ ਸੁੱਕਣੇ ਪਾ ਦੇ। ਮੈਨੂੰ ਕੀ ਹੈ, ਮੈਂ ਤਾਂ ਪਾ ਦਿੰਦੀ ਹਾਂ, ਮੇਰੀ ਗੱਲ ਸੁਣ। ਉਹ ਨਵੀਆਂ ਹੀ ਗੱਲਾਂ ਸੁਣਾਉਣ ਲੱਗ ਪੈਂਦਾ। ਤੂੰ ਤਾਂ ਆਟਾ ਗੁੰਨਦੀ ਘੰਟਾ ਲਾ ਦਿੰਦੀ ਹੈ, ਛੋਟੀਆਂ ਛੋਟੀਆਂ ਰੋਟੀਆਂ ਲਾਹੁੰਦੀ ਹੈ। ਜਦ ਮੋਟਰਸਾਈਕਲ 'ਤੇ ਬੈਠਦੀ ਹੈ, ਲੋਕ ਕਹਿੰਦੇ ਤੇਰੇ ਪਿੱਛੇ ਲਟਕਦੀ ਜਾਂਦੀ ਹੁੰਦੀ ਹੈ। ਉਸ ਦੀਆਂ ਗੱਲਾਂ ਸੁਣ ਮੈਂ ਰੋਣ ਲੱਗ ਪੈਂਦੀ। ਉਹ ਹੱਸਣ ਲੱਗ ਪੈਂਦਾ। ਕਦੇ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖਿਆ? ਜਦ ਰੋਮੀ ਨੂੰ ਚੱਕਦੀ ਐ, ਲੱਗਦਾ ਜਿਵੇਂ ਬੱਚੇ ਨੇ ਚੱਕਿਆ। ਹੋਰ ਸੁਣ, ਤੂੰ ਤਾਂ ਤੁਰਨ ਲੱਗੀ ਵੀ ਬੱਚਿਆਂ ਵਾਂਗ ਡਿੰਗਾ ਪੱਟਦੀ ਐ। ਮੈਂ ਤਾਂ ਪਿੱਛੇ ਮੁੜ ਮੁੜ ਹੀ ਦੇਖਦਾ ਰਹਿਣਾ। ਜਿਸ ਤਰ੍ਹਾਂ ਉਹ ਕਹਿੰਦਾ ਸੀ, ਇੱਕ ਦਿਨ ਉਸ ਤਰ੍ਹਾਂ ਹੀ ਹੋਈ। ਅਸੀਂ ਦੋਵੇਂ ਬਾਜ਼ਾਰ ਵਿੱਚ ਤੁਰੇ ਜਾ ਰਹੇ ਸੀ। ਲੋਕਾਂ ਦੀਆਂ ਨਜ਼ਰਾਂ ਮੈਨੂੰ ਵੇਖ ਰਹੀਆਂ ਸਨ। ਮੈਂ ਦੁਕਾਨਾਂ ਦੇ ਸ਼ੀਸ਼ਿਆਂ ਵਿੱਚ ਰੱਖੀਆਂ ਚੀਜ਼ਾਂ ਵੱਲ ਵੇਖ ਰਹੀ ਸੀ। ਇੱਕ ਥਾਂ ਮੇਰਾ ਪੈਰ ਅੜਕ ਗਿਆ, ਮੈਂ ਡਿੱਗ ਪਈ। ਪਿੱਛੇ ਆ ਰਿਹਾ ਇੱਕ ਬੰਦਾ ਆਵਾਜ਼ ਮਾਰ ਕੇ ਕਹਿੰਦਾ, ਬਾਈ ਜੀ, ਆ ਤੁਹਾਡਾ ਬੱਚਾ ਡਿੱਗ ਪਿਆ, ਇਹਨੂੰ ਗੋਦੀ ਚੁੱਕਿਆ ਕਰੋ ਨਾ। ਸਿੱਪੀ ਦੇ ਪਿੱਛੇ ਮੁੜ ਕੇ ਵੇਖਣ ਤੱਕ ਮੈਂ ਉੱਠ ਤਾਂ ਖੜ੍ਹੀ ਸੀ, ਪਰ ਉਹ ਬੇਇੱਜ਼ਤੀ ਮੰਨ ਗਿਆ। ਉਸ ਘਟਨਾ ਤੋਂ ਬਾਅਦ ਜੇਕਰ ਮੈਂ ਸ਼ਹਿਰ ਜਾਣ ਲਈ ਕਹਿੰਦੀ, ਉਹ ਆਖ ਦਿੰਦਾ, ਮੈਂ ਨਹੀਂ ਤੇਰੇ ਨਾਲ ਜਾ ਸਕਦਾ, ਤੂੰ ਇਕੱਲੀ ਹੀ ਜਾਇਆ ਕਰ। ਇਕੱਲੀ ਆਉਂਦੀ ਜਾਂਦੀ ਮੈਂ ਇਕੱਲੀ ਹੀ ਰਹਿ ਗਈ ਸੀ। ਸਿੱਪੀ ਨਵੀਂ ਹੀ ਦੁਨੀਆ ਨਾਲ ਜੁੜ ਗਿਆ। ਸਿੱਪੀ, ਤੂੰ ਤਾਂ ਇਹੋ ਜਿਹਾ ਨਹੀਂ ਸੀ। ਉਸ ਦੀਆਂ ਆਦਤਾਂ ਵੇਖ ਮੈਂ ਹੈਰਾਨ ਹੁੰਦੀ। ਉਹਦਾ ਜਵਾਬ ਮੇਰੀ ਪਰੇਸ਼ਾਨੀ ਵਧਾ ਦਿੰਦਾ। ਉਹ ਤਾਂ ਮੇਰੀ ਸੋਚ ਨੂੰ ਪਤਾ ਨਹੀਂ ਕੀ ਹੋ ਗਿਆ ਸੀ, ਤੇਰੇ ਨਾਲ ਵਿਆਹ ਕਰਾ ਲਿਆ। ਮੈਂ ਤਾਂ ਇਹੋ ਜਿਹਾ ਹੀ ਆ। ਹੱਥ ਵਿੱਚ ਸ਼ਰਾਬ ਦਾ ਗਲਾਸ, ਮੋਬਾਈਲ ਉੱਪਰ ਥਿਰਕਦੀਆਂ ਉਂਗਲਾਂ, ਉਹ ਆਊਟ ਹੋਣ ਤੱਕ ਪੈਗ ਲਾਈ ਜਾਂਦਾ। ਅੱਧੀ ਰਾਤ ਤੱਕ ਚੈਟਿੰਗ ਚੱਲਦੀ ਰਹਿੰਦੀ। ਉਸ ਦਾ ਬਦਲ ਰਿਹਾ ਰੂਪ ਮੈਨੂੰ ਤੰਗ ਕਰ ਰਿਹਾ ਸੀ। ਇੱਕ ਰਾਤ ਮੈਂ ਆਖ ਹੀ ਦਿੱਤਾ, ਸਿੱਪੀ, ਲੱਗਦਾ ਅੱਜ ਤੂੰ ਕਿਸੇ ਲੰਬੀ ਤੀਵੀਂ ਨਾਲ ਸੌਂ ਕੇ ਆਇਆ। ਖਬਰਦਾਰ, ਚੁੱਪ ਕਰ ਬੌਣੀ ਸਾਲੀ। ਉਸ ਰਾਤ ਵੱਜਿਆ ਥੱਪੜ ਹਰ ਰਾਤ ਵੱਜਣ ਲੱਗ ਪਿਆ ਸੀ। ਮੇਰੀ ਕੁੱਟ ਮਾਰ ਕਰ ਉਹ ਤਾਂ ਸੌਂ ਜਾਂਦਾ, ਮੈਂ ਪਾਠੀ ਬੋਲਣ ਤੱਕ ਜਾਗਦੀ ਰਹਿੰਦੀ। ਅੱਖਾਂ ਦੁਖਣ ਲੱਗ ਜਾਂਦੀਆਂ, ਸਿਰ ਦਰਦ ਕਰਨ ਲੱਗ ਪੈਂਦਾ। ਜੇਕਰ ਇੱਕ ਪਲ ਲਈ ਵੀ ਅੱਖ ਲੱਗਦੀ, ਮੈਨੂੰ ਹਨੇਰੇ ਵਿੱਚ ਲੰਬੀ ਤੀਵੀਂ ਤੁਰੀ ਫਿਰਦੀ ਦਿਖਾਈ ਦਿੰਦੀ। ਉਸ ਵੱਲ ਵੇਖ ਮੈਂ ਸਿੱਪੀ ਵੱਲ ਵੇਖਦੀ। ਉਹ ਨੀਂਦ ਵਿੱਚ ਬੋਲ ਰਿਹਾ ਹੁੰਦਾ, ਮੈਨੂੰ ਲੰਮੀ ਤੀਵੀਂ ਪਸੰਦ ਹੈ, ਉਹਨੂੰ ਬੌਲੀ ਤੀਵੀਂ ਪਸੰਦ ਹੈ। ਸਿੱਪੀ ਦੀ ਪਸੰਦ ਤਾਂ ਸਮਝ ਜਾਂਦੀ ਆ, ਬੌਣੀ ਤੀਵੀਂ ਕਿਸ ਨੂੰ ਪਸੰਦ ਹੈ, ਇਹ ਸਮਝ ਨਾ ਆਉਂਦੀ। ਉਹ ਮੋਬਾਈਲ ਉੱਪਰ ਕਿਸੇ ਨੂੰ ਸਮਝਾਉਂਦਾ ਰਹਿੰਦਾ ਸੀ, ਤੈਨੂੰ ਫਿਲਮ ਪਸੰਦ ਹੈ, ਮੈਨੂੰ ਅਸਲੀ ਪਸੰਦ ਹੈ। ਬਸ ਮੈਂ ਫਿਲਮ ਬਣਾ ਰਿਹਾ, ਤੂੰ ਮੇਰੀ ਪਸੰਦ ਦਾ ਖਿਆਲ ਰੱਖੀਂ। ਜਿਸ ਦਿਨ ਮੈਨੂੰ ਸਿੱਪੀ ਦੀਆਂ ਗੱਲਾਂ ਵਿਚਲਾ ਰਹੱਸ ਸਮਝ ਆਇਆ, ਉਸ ਦਿਨ ਤੋਂ ਉਹ ਦੁਨੀਆ ਦਾ ਸਭ ਤੋਂ ਬੌਣਾ ਬੰਦਾ ਬਣ ਗਿਆ ਹੈ। ਬੰਦਾ, ਥੂ। ਸਿੱਪੀ ਵੱਲ ਵੇਖ ਮੈਂ ਪਰਾਂ ਨੂੰ ਥੁੱਕਿਆ। ਮੇਰੇ ਵੱਲ ਵੇਖ, ਉਹਨੇ ਅੱਖਾਂ ਬੰਦ ਕਰ ਲਈਆਂ। ਮੇਰੀਆਂ ਅੱਖਾਂ ਵਿੱਚ ਉਸ ਦੀ ਬਣਾਈ ਫਿਲਮ ਚੱਲਣ ਲੱਗ ਪਈ ਹੈ। ਮੈਂ ਪਿਘਲੇ ਹੋਏ ਪਲਾਂ ਵਿੱਚ ਸਿੱਪੀ ਦੀ ਗੋਦੀ ਵਿੱਚ ਪਈ ਹਾਂ, ਨਿਰਵਸਤਰ। ਆਪਣੀ ਫਿਲਮ ਵੇਖ ਮੈਂ ਸ਼ਰਮ ਨਾਲ ਧਰਤੀ ਵਿੱਚ ਗੱਡੀ ਗਈ ਸੀ। ਪਰ ਸਿੱਪੀ ਬੇਸ਼ਰਮੀ ਦੀ ਹੱਦ ਪਾਰ ਕਰ ਗਿਆ। ਉਹ ਸ਼ਰਾਬੀ ਹੋਇਆ ਦੱਸ ਰਿਹਾ ਸੀ, ਮੇਰਾ ਇੱਕ ਬਚਪਨ ਦਾ ਦੋਸਤ ਹੈ, ਮੈਸੀ। ਉਹਦੀ ਤੀਵੀਂ ਬਹੁਤ ਲੰਬੀ ਹੈ, ਪਰ ਆਪ ਸਾਲਾ ਨਾਮਰਦ ਹੈ। ਉਹਦੀ ਨਾਮਰਦੀ ਵੇਖ ਸਾਲਾ ਕਹਿੰਦਾ, ਲੰਮੀਆਂ ਤੀਵੀਆਂ ਦੀਆਂ ਫਿਲਮਾਂ ਤਾਂ ਬਹੁਤ ਵੇਖੀਆਂ ਨੇ, ਕਿਸੇ ਦਿਨ ਬੌਣੀ ਤੀਵੀਂ ਦੀ ਫਿਲਮ ਦਿਖਾ। ਤੇ ਫਿਰ ਮੈਂ ਦਿਖਾਤੀ, ਤੈਨੂੰ ਮੋਬਾਈਲ ਵਿਚਲੀ ਫਿਲਮ ਦਿਖਾ। ਮੈਨੂੰ ਮੋਬਾਈਲ ਵਿਚਲੀ ਫਿਲਮ ਦਿਖਾ। ਉਹ ਇੱਕ ਗਿੱਠ ਨਾਲ ਮੁੱਠੀ ਜੋੜ ਕੇ ਉੱਚੀ ਉੱਚੀ ਹੱਸਣ ਲੱਗ ਪਿਆ ਸੀ। ਉਹਦੀ ਨਕਲ ਉਤਾਰਦੀ ਹੋਈ ਮੈਂ ਵੀ ਉੱਚੀ ਉੱਚੀ ਹੱਸਣ ਲੱਗ ਪਈ ਹਾਂ। ਮੇਰਾ ਹਾਸਾ ਸੁਣ ਉਸ ਦੀਆਂ ਬੰਦ ਅੱਖਾਂ ਖੁੱਲ੍ਹ ਗਈਆਂ ਹਨ। ਹੱਥ ਵਿੱਚ ਫੜਿਆ ਚਾਕੂ ਹੇਠਾਂ ਡਿੱਗ ਪਿਆ ਹੈ।
ਬੇਟਾ ਉਹ ਚਾਕੂ ਚੁੱਕ ਕੇ ਲਿਆ। ਰੋਮੀ ਨੂੰ ਇਸ਼ਾਰਾ ਕਰ ਮੈਂ ਪੌੜੀਆਂ ਵਿੱਚ ਬੈਠ ਗਈ ਹਾਂ। ਉਹ ਹੇਠਾਂ ਡਿੱਗਿਆ ਚਾਕੂ ਚੁੱਕ ਲਿਆਇਆ ਹੈ। ਉਸ ਤੋਂ ਚਾਕੂ ਫੜ ਮੈਂ ਆਪਣੀਆਂ ਅੱਖਾਂ ਅੱਗੇ ਘੁਮਾਉਣ ਲੱਗ ਪਈ ਹਾਂ। ਘੁੰਮਦਾ ਚਾਕੂ ਵੇਖ ਮੇਰੀਆਂ ਅੱਖਾਂ ਵਿੱਚ ਉਹ ਡਰਾਉਣੀ ਰਾਤ ਘੁੰਮਣ ਲੱਗ ਪਈ ਹੈ। ਸਾਡਾ ਕਮਰਾ, ਸਿੱਪੀ, ਮੈਂ, ਖੂਨ ਤੇ ਇੱਕ ਲੰਬੀ ਚੀਕ। ਉਸ ਰਾਤ ਜਿਨ੍ਹਾਂ ਪਲਾਂ ਵਿੱਚ ਉਹ ਮੇਰੇ ਨਾਲ ਰੇਪ ਕਰਨ ਲੱਗਿਆ, ਮੈਂ ਜ਼ਹਿਰ ਦਾ ਘੁੱਟ ਭਰ ਸਿਰਹਾਣੇ ਹੇਠਾਂ ਚਾਕੂ ਕੱਢ ਲਿਆ। ਇੱਕ ਤਿੱਖੀ ਰਾਤ ਵਿੱਚ ਸਿੱਪੀ ਦੀ ਚੀਕ ਗੂੰਜੀ। ਮੇਰਾ ਖੂਨ ਨਾਲ ਹੱਥ ਲਿਬੜ ਗਿਆ। ਮੈਂ ਉਹਦਾ ਉਹ ਅੰਗ ਬੌਣਾ ਕਰ ਦਿੱਤਾ ਸੀ ਜਿਸ ਨਾਲ ਬੰਦਾ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਦਾ ਸੀ। ਤੇਰੀ ਮਾਂ ਦੀ ਬੌਣੀ ਸਾਲੀ ਕੁੱਤੀ, ਜ਼ਖਮੀ ਸੱਪ ਵਾਂਗ ਵਿਸ਼ ਘੋਲਦਾ ਹੋਇਆ ਸਿੱਪੀ ਮੈਨੂੰ ਗਾਲਾਂ ਕੱਢ ਰਿਹਾ ਹੈ। ਮੈਂ ਬਾਹਰ ਵੀਹੀ ਵਿੱਚ ਰੁਕੀ ਕਾਰ ਦੀਆਂ ਟਾਕੀਆਂ ਦੀ ਆਵਾਜ਼ ਸੁਣ ਰਹੀ ਹਾਂ। ਕਾਰ ਵਿੱਚ ਹਿਜੜਿਆਂ ਦੀ ਟੋਲੀ ਆਈ ਹੈ। ਤਾੜੀਆਂ ਵੱਜ ਰਹੀਆਂ ਹਨ। ਕਿਹੜਾ ਨੀ ਵਧਾਈ ਵਾਲਾ ਘਰ? ਮੁੰਡਾ ਜੰਮਣ ਵਾਲਾ ਘਰ ਦੱਸਣ ਦੀ ਥਾਂ ਜੱਸੀ ਨੇ ਸਾਡੇ ਘਰ ਵੱਲ ਇਸ਼ਾਰਾ ਕਰ ਦਿੱਤਾ ਹੈ। ਉਹਦੀ ਆਵਾਜ਼ ਸੁਣ ਮੈਂ ਬਾਹਰਲੇ ਗੇਟ ਅੱਗੇ ਜਾ ਖੜੀ ਹਾਂ। ਤਾੜੀਆਂ ਮਾਰਦੀ ਹਿਜੜਿਆਂ ਦੀ ਟੋਲੀ ਅੰਦਰ ਆ ਵੜੀ ਹੈ। ਲਿਆ ਦਿਖਾ ਨੀ ਬੌਣੀ, ਕਿੱਥੇ ਹੈ ਤੇਰਾ ਬੌਣਾ? ਮੈਂ ਸਿੱਪੀ ਦੇ ਕਮਰੇ ਵੱਲ ਇਸ਼ਾਰਾ ਕਰ ਦਿੱਤਾ ਹੈ। ਘੁੰਗਰੂਆਂ ਦੀ ਆਵਾਜ਼ ਸੁਣ ਉਹ ਡਰ ਗਿਆ ਹੈ। ਉਸ ਦਾ ਨਾਂ ਲੈ ਹਿਜੜਿਆਂ ਦੀ ਟੋਲੀ ਨੱਚਣ ਲੱਗ ਪੈਂਦੀ ਹੈ। ਮੈਂ ਉਹਨਾਂ ਉੱਪਰ ਦੀ ਨੋਟ ਵਾਰਨ ਲੱਗ ਪਈ ਹਾਂ। ਮੈਨੂੰ ਅੱਜ ਪਤਾ ਲੱਗਾ ਹੈ ਗਵਾਂਢੀ ਪਿੰਡ ਵਿੱਚ ਇੱਕ ਵਾਰਦਾਤ ਹੋਈ ਹੈ। ਮੇਰਾ ਵੱਡਾ ਭਰਾ ਦੱਸਦਾ ਸੀ, ਕਹਿੰਦਾ ਦੇਖ ਲੈ ਓਏ ਤੇਰੇ ਨਾਲ ਦੀ ਬੌਣੀ ਨੇ ਕੀ ਕਰਤੂਤ ਕੀਤੀ ਹੈ। ਮੇਰਾ ਕੱਦ ਹੋਰ ਨੀਵਾਂ ਕਰਨ ਲਈ ਉਹਨੇ ਅੱਧੀ ਗੱਲ ਦੱਸੀ ਹੈ। ਪੂਰੀ ਗੱਲ ਮੈਂ ਅਖਬਾਰ ਵਿੱਚ ਪੜ੍ਹੀ ਹੈ। ਸਾਰੀ ਦੁਨੀਆ ਨਿੰਦੀ ਨੂੰ ਦੋਸ਼ੀ ਆਖ ਰਹੀ ਹੈ, ਪਰ ਮੈਨੂੰ ਉਹਦਾ ਘਰ ਵਾਲਾ ਦੋਸ਼ੀ ਨਜ਼ਰ ਆ ਰਿਹਾ। ਜਿਸ ਤੀਵੀਂ ਦਾ ਘਰ ਵਾਲਾ ਹੀ ਉਹਦੀ ਫਿਲਮ ਬਣਾ ਲੋਕਾਂ ਨੂੰ ਦਿਖਾਉਂਦਾ ਹੈ, ਉਸ ਦਾ ਰਹਿ ਕੀ ਗਿਆ ਬੌਣਾ ਸਾਲਾ? ਕੌਣ, ਕਿੰਨਾ ਕੁ ਬੌਣਾ? ਇਹ ਦੱਸਣਾ ਇੰਨਾ ਸੌਖਾ ਨਹੀਂ। ਗੱਲਾਂ ਮਾਰਦਾ ਸਾਲਾ ਬੌਣਾ ਜਿਹਾ। ਮੇਰੀ ਗੱਲ ਸੁਣ ਭਰਾ, ਮੈਨੂੰ ਗਾਲਾਂ ਕੱਢਣ ਲੱਗ ਪਿਆ ਸੀ। ਉਸ ਦੀਆਂ ਗਾਲਾਂ ਸੁਣ ਮੈਂ ਚੁੱਪ ਕਰ ਗਿਆ। ਜਦੋਂ ਉਹ ਚਲਿਆ ਗਿਆ ਮੈਂ ਲੰਬਾ ਸਾਰਾ ਸਾਹ ਲਿਆ। ਤੈਨੂੰ ਕੀ ਪਤਾ ਬੌਣਾ ਹੋਣ ਦਾ ਕੀ ਦਰਦ ਹੁੰਦਾ? ਦਰਦ ਦਾ ਖਿਆਲ ਆਉਂਦਿਆਂ ਹੀ ਲੱਤਾਂ ਤੇ ਪੇਟ ਵਿੱਚ ਦਰਦ ਹੋਣ ਲੱਗ ਪਿਆ ਹੈ। ਹੋਰ ਹਸਾ ਲੈ ਲੋਕਾਂ ਨੂੰ। ਭਰਾ ਦੀ ਗੱਲ ਯਾਦ ਕਰ ਮੈਂ ਹੱਸਣ ਲੱਗ ਪਿਆ ਹਾਂ। ਦਰਦ ਦੀਆਂ ਲਹਿਰਾਂ ਤੇਜ਼ ਹੋ ਗਈਆਂ ਹਨ। ਅੱਜ ਕਿੰਨਵਾਂ ਦਿਨ ਹੈ ਯਾਦ ਨਹੀਂ। ਮੈਂ ਮੰਜੇ ਤੇ ਪਿਆ ਹਾਂ। ਲੱਤਾਂ ਉੱਪਰ ਜ਼ਿਆਦਾ ਸੱਟਾਂ ਹਨ। ਪਿੱਠ ਤੇ ਪੇਟ ਵਿੱਚ ਗੁੱਝੀ ਸੱਟ ਹੈ। ਉਹ ਕਿਹੜਾ ਬੰਦਾ ਜਿਸ ਨੂੰ ਮੈਂ ਹਸਾਇਆ ਨਹੀਂ? ਮੈਨੂੰ ਤਾਂ ਆਸ ਸੀ ਸਾਰਾ ਪਿੰਡ ਖਬਰ ਲੈਣ ਆਊਗਾ, ਪਰ ਇੱਕ ਵੀ ਬੰਦਾ ਨਹੀਂ ਆਇਆ। ਮੈਂ ਆਪ ਹੀ ਦਵਾਈ ਲਾ ਕੇ ਪੱਟੀਆਂ ਕਰ ਲੈਨਾ, ਆਪ ਹੀ ਗੋਲੀਆਂ ਲੈ ਪਾਣੀ ਨਾਲ ਦਰਦ ਪੀ ਲੈਨਾ। ਅੱਜ ਪਤਾ ਲੱਗਾ ਕਿ ਮੈਂ ਤਾਂ ਪਿੰਡ ਵਿੱਚ ਕਿਤੇ ਵੀ ਨਹੀਂ। ਮੇਰਾ ਭੁਲੇਖਾ ਹੀ ਸੀ ਕਿ ਮੈਂ ਵੀ ਹਾਂ। ਇੱਥੇ ਤਾਂ ਕੋਈ ਵੱਡਿਆਂ ਨੂੰ ਨਹੀਂ ਪੁੱਛਦਾ। ਤੂੰ ਅੱਧਾ ਬੌਣਾ ਇੱਥੋਂ ਕੀ ਭਾਲਦਾ? ਉਸਤਾਦ ਦੀ ਗੱਲ ਯਾਦ ਕਰ ਮੇਰੀ ਸੁਰਤੀ ਨਿੰਦੀ ਵਾਲੀ ਵਾਰਦਾਤ ਵੱਲ ਚਲੀ ਗਈ ਹੈ। ਮੈਂ ਸੁਣਿਆ ਉਹਦੇ ਘਰ ਵਾਲੇ ਦੀ ਖਬਰ ਲੈਣ ਕੋਈ ਨਹੀਂ ਆਇਆ। ਉਹਦੀ ਗੱਲ ਤਾਂ ਸਮਝ ਆਉਂਦੀ ਹੈ, ਪਰ ਲੋਕਾਂ ਨੂੰ ਨਿੰਦੀ ਨਾਲ ਤਾਂ ਹਮਦਰਦੀ ਹੋਣੀ ਚਾਹੀਦੀ ਹੈ। ਕਿਹੜੀ ਹਮਦਰਦੀ ਯਾਰ? ਇਹਨਾਂ ਬੌਣਿਆਂ ਨੂੰ ਤਾਂ ਗੋਲੀ ਮਾਰ ਦੇਣੀ ਚਾਹੀਦੀ ਹੈ। ਚੰਗਾ ਹੋਇਆ ਰੱਬ ਨੇ ਹੇਠਾਂ ਹੀ ਰੱਖੇ ਨੇ। ਜੇ ਮਾੜਾ ਮੋਟਾ ਕੱਦ ਦੇ ਦਿੰਦਾ, ਇਹਨਾਂ ਨੇ ਤਾਂ ਸਮਾਨ ਨੂੰ ਟਾਕੀ ਲਾ ਦੇਣੀ ਸੀ। ਵੀਹੀ ਵਿੱਚ ਲੰਘੇ ਜਾਂਦੇ ਬੰਦਿਆਂ ਦੀ ਆਵਾਜ਼ ਮੇਰੇ ਜ਼ਖਮਾਂ ਉੱਪਰ ਲੂਣ ਭੁੱਕੀ ਜਾ ਰਹੀ ਸੀ। ਭਾਬੀ ਮੇਰਾ ਨਾਂ ਲੈ ਮੁੰਡੇ ਨੂੰ ਡਰਾ ਰਹੀ ਹੈ। ਦੇਖ ਲੈ, ਜੇ ਸਕੂਲ ਨਾ ਗਿਆ ਨਾ, ਚਾਚੇ ਵਾਂਗ ਬੌਣਾ ਹੀ ਰਹਿ ਜਾਏਗਾ। ਉਹਦਾ ਝੂਠ ਸੁਣ ਮੈਨੂੰ ਸਕੂਲ ਛੱਡਣ ਦਾ ਦਿਨ ਯਾਦ ਆਉਣ ਲੱਗ ਪਿਆ। ਮੈਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ। ਹਰ ਕਲਾਸ ਵਿੱਚੋਂ ਫਸਟ ਆਉਂਦਾ। ਉਂਝ ਤਾਂ ਮੈਂ 5ਵੀਂ ਵਿੱਚ ਹੋ ਗਿਆ, ਪਰ ਕੱਦ ਪਹਿਲੀ ਕਲਾਸ ਦੇ ਬੱਚਿਆਂ ਵਰਗਾ ਸੀ। ਜਿਸ ਸਾਲ ਮੈਂ 8ਵੀਂ ਪਾਸ ਕੀਤੀ, ਮੈਨੂੰ ਪੰਜਾਬੀ ਵਾਲਾ ਮਾਸਟਰ ਕਹਿੰਦਾ, ਓਏ ਪੜ੍ਹਨ 'ਤੇ ਹੀ ਜ਼ੋਰ ਲਾਈ ਜਾਂਦਾ, ਮਾੜਾ ਮੋਟਾ ਜ਼ੋਰ ਕੱਦ ਵਧਾਉਣ 'ਤੇ ਵੀ ਲਾ ਲੈ। ਚੱਲ ਬਈ ਡੇਢ ਗੁੱਡੀਆ, ਉੱਠ ਕੇ ਪਾਠ ਪੜ੍ਹ। ਮੇਰਾ ਛੋਟਾ ਕੱਦ ਮਾਸਟਰਾਂ ਲਈ ਮਜ਼ਾਕ ਬਣ ਗਿਆ ਸੀ। ਓਏ ਜਦੋਂ ਇਹਦਾ ਵਿਆਹ ਹੋ ਗਿਆ, ਇਹਦੇ ਜਵਾਕ ਪੌੜੀ ਲਾ ਕੇ ਬਤਾਊਂ ਤੋੜਿਆ ਕਰਨਗੇ। ਮੁੰਡਿਆਂ ਦੀ ਢਾਣੀ ਮੈਨੂੰ ਨਿੱਤ ਛੇੜਦੀ। ਕੁੜੀਆਂ ਇੱਕ ਦੂਜੀ ਨੂੰ ਕੂਹਣੀਆਂ ਮਾਰਦੀਆਂ। ਨੀ ਉਹ ਦੇਖ ਜੌਹਕਰ ਜਾਂਦਾ। ਮੈਂ ਜਿੱਧਰ ਨੂੰ ਵੀ ਜਾਂਦਾ ਮੁੰਡੇ ਮੇਰੇ ਸਿਰ ਵਿੱਚ ਥੱਪੜ ਮਾਰਨ ਲੱਗ ਪੈਂਦੇ। ਇੱਕ ਦਿਨ ਉਹਨਾਂ ਨੇ ਮੇਰੇ ਉੱਪਰ ਸੁੱਟੀ ਲੋਈ ਸਿੱਟ ਦਿੱਤੀ। ਮੈਂ ਹੇਠਾਂ ਡਿੱਗ ਪਿਆ।
ਕਈ ਜਣਿਆਂ ਨੇ ਮੈਨੂੰ ਢਾਹ ਲਿਆ। ਇੱਕ ਜਣੇ ਨੇ ਮੂੰਹ ਵਿੱਚ ਸਵਾਹ ਪਾ ਦਿੱਤੀ, ਕਿਸੇ ਨੇ ਅੱਖਾਂ ਵਿੱਚ ਮਿੱਟੀ ਪਾ ਦਿੱਤੀ। ਜਿਸ ਵਕਤ ਪ੍ਰਕਾਰ ਦੀ ਸੂਈ ਦਾ ਟੀਕਾ ਲੱਗਿਆ, ਮੈਂ ਚੀਕਾਂ ਮਾਰਦਾ ਸਕੂਲ ਛੱਡ ਘਰ ਨੂੰ ਭੱਜ ਗਿਆ ਸੀ। ਉਸ ਘਟਨਾ ਤੋਂ ਬਾਅਦ ਮੈਂ ਕਈ ਸਾਲ ਘਰ ਵਿੱਚ ਹੀ ਕੈਦ ਕੱਟੀ ਹੈ। ਮਸਾਂ ਬਾਹਰ ਨਿਕਲਿਆ ਸੀ, ਪਰ ਲੋਕਾਂ ਨੇ ਫਿਰ ਅੰਦਰ ਵਾੜ ਦਿੱਤਾ ਹੈ। ਜਿਸ ਥਾਂ ਮੈਂ ਮੰਜਾ ਡਾਈ ਪਿਆ ਹਾਂ, ਇਹ ਉਹ ਥਾਂ ਹੈ ਜਿੱਥੇ ਮੈਨੂੰ ਪਹਿਲੀ ਵਾਰ ਜੋਕਰ ਬਣਨ ਦਾ ਖਿਆਲ ਆਇਆ ਸੀ। ਮੈਂ ਸੋਚਿਆ, ਜਿਹੜੇ ਮੇਰੇ ਉੱਪਰ ਹੱਸਦੇ ਹਨ, ਕਿਉਂ ਨਾ ਉਹਨਾਂ ਨੂੰ ਹਸਾਇਆ ਹੀ ਜਾਵੇ। ਇਹ ਸੋਚ ਮੈਂ ਇੱਕ ਦਿਨ ਆਪਣਾ ਭੇਸ ਬਦਲ ਲਿਆ। ਉਸ ਦਿਨ ਘਰ ਵਿੱਚ ਇਕੱਲਾ ਹੀ ਸੀ। ਮੈਂ ਸ਼ੀਸ਼ੇ ਅੱਗੇ ਜਾ ਖੜਿਆ, ਚਿਹਰੇ ਉੱਪਰ ਪਾਊਡਰ ਮਲ ਲਿਆ, ਅੱਖਾਂ ਵਿੱਚ ਲੋ ਪਾ ਲਈ, ਨੱਕ ਉੱਪਰ ਲਾਲ ਲਿਪਸਟਿਕ ਦਾ ਵੱਡਾ ਸਾਰਾ ਟਿੱਕਾ ਲਾ ਲਿਆ। ਜਿਸ ਸਿਰ ਉੱਪਰ ਕਾਗਜ਼ਾਂ ਦੀ ਬਣਾਈ ਟੋਪੀ ਲੈ ਮੈਂ ਬੀਹੀ ਵਿੱਚ ਜਾ ਖੜਿਆ। ਜਿਹੜਾ ਵੀ ਬੀਹੀ ਵਿੱਚ ਦੀ ਲੰਘਦਾ ਮੈਨੂੰ ਵੇਖ ਹੱਸਣ ਲੱਗ ਪੈਂਦਾ। ਵਾਹ ਓਏ ਜੋਕਰਾ, ਹੁਣ ਆਇਆ ਆਨੇ ਵਾਲੀ ਥਾਂ ਤੇ। ਵੇ ਦੁਰ ਫਿੱਟੇ ਮੂੰਹ, ਇਹ ਕੀ ਜੋਕਰ ਬਣਿਆ ਖੜਾ ਹੈ। ਮੈਨੂੰ ਵੇਖ ਮਾਂ ਵੀ ਉੱਚੀ ਉੱਚੀ ਹੱਸਣ ਲੱਗ ਪਈ। ਬਾਪੂ ਗਾਲਾਂ ਕੱਢਣ ਲੱਗ ਪਿਆ। ਨਾ ਜੇ ਐਨਾ ਹੀ ਸ਼ੌਂਕ ਹੈ, ਜਾ ਸਰਕਸ ਵਾਲੇ ਨਾਲ ਰਲ ਜਾ ਸਾਲਿਆ। ਉਹਦੀ ਗੱਲ ਵਿੱਚ ਕੋਈ ਤਿੱਖਾ ਡੰਗ ਸੀ। ਮੈਂ ਸਾਰੀ ਰਾਤ ਉਸ ਡੰਗ ਨਾਲ ਤੜਫਦਾ ਰਿਹਾ। ਸਵੇਰ ਹੋਣ ਤੱਕ ਮੈਂ ਘਰ ਛੱਡ ਭੱਜਣ ਦਾ ਫੈਸਲਾ ਕਰ ਲਿਆ ਸੀ। ਮੇਰੀਆਂ ਅੱਖਾਂ ਵਿੱਚ ਸਰਕਸ ਦਾ ਤੰਬੂ ਲਹਿਰਾ ਰਿਹਾ ਸੀ। ਅੱਜ ਤੋਂ ਤੂੰ ਸਾਡੇ ਲਈ ਮਰ ਗਿਆ, ਬਸ ਹੁਣ ਇੱਥੇ ਰਹੀ। ਇੱਕ ਦਿਨ ਸਰਕਸ ਦਾ ਸ਼ੋਅ ਵੇਖਣ ਆਇਆ ਬਾਪੂ ਜਾਣ ਲੱਗਿਆ ਫੈਸਲਾ ਸੁਣਾ ਗਿਆ ਸੀ। ਉਹਦਾ ਫੈਸਲਾ ਸੁਣ ਮੈਂ ਡਰ ਗਿਆ। ਮੈਂ ਤਾਂ ਲੋਕਾਂ ਨੂੰ ਹਸਾਉਣ ਆਇਆ ਸੀ, ਪਰ ਬਾਪੂ ਮੈਨੂੰ ਰਵਾ ਕੇ ਚਲਿਆ ਗਿਆ। ਉਹਨੇ ਜਾਣ ਸਾਰ ਘਰ ਦਾ ਦਰਵਾਜ਼ਾ ਬੰਦ ਕਰ ਲਿਆ ਸੀ। ਚੱਲ ਕੋਈ ਗੱਲ ਨਹੀਂ, ਜੇ ਬੰਦਾ ਇੱਕ ਦਰਵਾਜ਼ਾ ਬੰਦ ਕਰਦਾ, ਰੱਬ ਦੋ ਦਰਵਾਜ਼ੇ ਖੋਲ੍ਹਦਾ ਵੀ ਹੈ। ਸਰਕਸ ਮਾਲਕ ਦੀ ਗੱਲ ਸੁਣ ਮੈਂ ਮਨ ਮਾਰ ਲਿਆ। ਸਰਕਸ ਵਿੱਚ ਕੰਮ ਕਰਨ ਲੱਗਿਆਂ ਪਹਿਲਾਂ ਤਾਂ ਬਹੁਤ ਚੰਗਾ ਲੱਗਿਆ। ਵਧੀਆ ਰੋਟੀ ਪਾਣੀ ਮਿਲਦਾ, ਪੈਸਾ ਮਿਲਦਾ, ਸੋਹਣੀਆਂ ਗੋਰੀਆਂ ਕੁੜੀਆਂ ਵੇਖਣ ਨੂੰ ਮਿਲਦੀਆਂ। ਸਾਨੂੰ ਵੇਖਣ ਵਾਲੇ ਨਵੇਂ ਲੋਕ, ਨਵਿਆਂ ਲੋਕਾਂ ਦੀਆਂ ਤਾੜੀਆਂ, ਹਰ ਸ਼ੋਅ ਵਿੱਚ ਰੂਹ ਰੱਜ ਜਾਂਦੀ ਸੀ। ਪਰ ਹੌਲੀ ਹੌਲੀ ਮੈਨੂੰ ਲੱਗਿਆ ਕਿ ਸਰਕਸ ਵਿੱਚ ਵੀ ਸਾਡੀ ਥਾਂ ਅੱਧੀ ਪਾਉਣੀ ਹੀ ਸੀ। ਲੋਕਾਂ ਦੀਆਂ ਤਾੜੀਆਂ ਤਾਂ ਸਾਈਕਲਾਂ ਝੂਲਿਆਂ ਉੱਪਰ ਕਰਤੱਵ ਵਾਲੇ ਕਲਾਕਾਰਾਂ ਲਈ ਸਨ। ਜੋਕਰਾਂ ਲਈ ਉਹਨਾਂ ਕੋਲ ਹਾਸਾ ਸੀ। ਸਾਡੇ ਨਾਲੋਂ ਤਾਂ ਹਾਥੀ ਘੋੜੇ ਸ਼ੇਰ ਕੁੱਤੇ ਹੀ ਚੰਗੇ ਨੇ। ਜਾਨਵਰਾਂ ਦੇ ਕਰਤੱਵ ਵੇਖ ਮੈਂ ਕਈ ਵਾਰ ਸੋਚਦਾ। ਰਾਤ ਨੂੰ ਪਿਆ ਵੀ ਸੋਚੀ ਜਾਂਦਾ। ਕਈ ਵਾਰੀ ਸੋਚਾਂ ਵਿੱਚ ਹੀ ਰਾਤ ਲੰਘ ਜਾਂਦੀ। ਇੱਕ ਰਾਤ ਮੈਨੂੰ ਸੁਪਨਾ ਆਇਆ। ਸੁਪਨੇ ਵਿੱਚ ਜੋਕਰਾਂ ਦਾ ਝੁੰਡ ਬੈਠਾ ਰੋ ਰਿਹਾ ਸੀ। ਉਹਨਾਂ ਦਾ ਰੋਣਾ ਸੁਣ ਮੇਰੀ ਅੱਖ ਖੁੱਲ੍ਹ ਗਈ। ਮੈਂ ਆਪਣੀਆਂ ਅੱਖਾਂ ਪੂੰਝੀਆਂ, ਸਰਕਸ ਛੱਡ ਘਰ ਨੂੰ ਤੁਰ ਪਿਆ। ਜੋਗਾ ਸਿਆਂ ਘਰੇ ਹੀ ਹੈ ਭਾਈ, ਗੁਲਾਬ ਕੌਰ ਤਾਈ ਦੀ ਆਵਾਜ਼ ਸੁਣ ਮੇਰੀਆਂ ਅੱਖਾਂ ਵਿੱਚ ਚਮਕ ਉੱਭਰੀ ਹੈ। ਸ਼ੁਕਰ ਹੈ ਉਹ ਮੇਰੀ ਖਬਰ ਲੈਣ ਆਈ ਹੈ। ਆ ਜਾ ਤਾਈ, ਉਹ ਤਾਂ ਘਰੇ ਨਹੀਂ। ਭਾਬੀ ਦਾ ਜਵਾਬ ਸੁਣ ਉਹ ਪੁੱਠੇ ਪੈਰੀਂ ਵਾਪਸ ਪਰਤ ਗਈ ਹੈ। ਉਸ ਦੀ ਪਿੱਠ ਵੱਲ ਵੇਖ ਸੋਚਦਾ ਹਾਂ, ਇਸ ਨਾਲੋਂ ਤਾਂ ਸਰਕਸ ਵਿੱਚ ਹੀ ਚੰਗਾ ਸੀ। ਉੱਥੇ ਲੋਕ ਵੇਖਣ ਤਾਂ ਆਉਂਦੇ ਸਨ। ਦੇਖ ਜੋਕਰਾ, ਕੱਲ੍ਹ ਤੋਂ ਇੱਥੇ ਨਾ ਆਈ। ਤੇਰੇ ਕਰਕੇ ਲੋਕ ਮੇਰਾ ਖੇਲ ਨਹੀਂ ਦੇਖਦੇ। ਮੈਨੂੰ ਉਹ ਸਾਈਕਲ ਚਲਾਉਣ ਵਾਲੇ ਦੀ ਬੁੱਧੀ ਉੱਪਰ ਹਾਸੀ ਆ ਰਹੀ ਸੀ। ਉਹਦੀ ਕਲਾ ਦਾ ਦੁਸ਼ਮਣ ਤਾਂ ਕੋਈ ਹੋਰ ਸੀ, ਪਰ ਉਹ ਮੈਨੂੰ ਆਪਣਾ ਦੁਸ਼ਮਣ ਸਮਝਦਾ ਸੀ। ਜਿਸ ਦਿਨ ਉਹ ਪਿੰਡ ਆਇਆ, ਮੈਨੂੰ ਚਾਅ ਚੜ੍ਹ ਗਿਆ। ਉਹਨੇ ਸਕੂਲ ਕੋਲ ਖਾਲੀ ਪਈ ਥਾਂ ਸਾਫ਼ ਕੀਤੀ, ਉਸ ਉੱਪਰ ਪਾਣੀ ਛਿੜਕਿਆ, ਮਿੱਟੀ ਜੰਮ ਗਈ। ਜਿਸ ਵਕਤ ਉਹ ਗੋਲ ਦਾਇਰਾ ਬਣਾ ਆਪਣਾ ਸਾਈਕਲ ਚਲਾਉਣ ਲੱਗਿਆ, ਮੈਨੂੰ ਸਰਕਸ ਦਾ ਗੋਲ ਚੱਕਰ ਯਾਦ ਆ ਗਿਆ। ਮੈਂ ਘਰ ਨੂੰ ਭੱਜ ਲਿਆ। ਘਰ ਮੇਰਾ ਛੋਟਾ ਜਿਹਾ ਸਾਈਕਲ ਖੜਾ ਸੀ। ਮੈਂ ਉਹ ਚੁੱਕਿਆ, ਗੋਲ ਦਾਇਰੇ ਵਿੱਚ ਜਾ ਉਸ ਬੰਦੇ ਦੇ ਬਰਾਬਰ ਸਾਈਕਲ ਚਲਾਉਣ ਲੱਗਿਆ। ਉਹ ਕਦੀ ਖੜਾ ਹੋ ਕੇ ਸਾਈਕਲ ਚਲਾਉਂਦਾ, ਕਦੀ ਹੱਥ ਛੱਡ ਕੇ ਚਲਾਉਂਦਾ, ਕਦੀ ਕੈਰੀਅਰ 'ਤੇ ਬੈਠ ਜਾਂਦਾ, ਕਦੀ ਕਾਠੀ 'ਤੇ ਲੰਮਾ ਪੈ ਜਾਂਦਾ ਤੇ ਕਦੀ ਹੈਂਡਲ ਨਾਲ ਢੋਅ ਲਾ ਸਾਈਕਲ ਚਲਾਉਣ ਲੱਗਦਾ। ਉਹਦੀ ਕਲਾਕਾਰੀ ਅੱਗੇ ਮੈਂ ਫਿੱਕਾ ਪੈ ਰਿਹਾ ਸੀ। ਉਹ ਪਿੰਡ ਵਿੱਚ ਫਿੱਕਾ ਪੈ ਰਿਹਾ ਸੀ। ਉਹਦੀ ਕਲਾਕਾਰੀ ਵੇਖਣ ਥੋੜ੍ਹੇ ਜਿਹੇ ਲੋਕ ਆਉਂਦੇ ਸਨ। ਉਹ ਸਵੇਰ ਤੋਂ ਸ਼ਾਮ ਤੱਕ ਬਿਨਾਂ ਰੁਕੇ ਸਾਈਕਲ ਚਲਾਉਂਦਾ, ਨਾ ਕੁਝ ਖਾਂਦਾ ਨਾ ਪੀਂਦਾ। ਉਹਦਾ ਸਿਦਕ ਵੇਖ ਲੋਕ ਹੈਰਾਨ ਸਨ। ਉਹਨੇ ਲਗਾਤਾਰ ਇੱਕ ਹਫ਼ਤਾ ਸਾਈਕਲ ਚਲਾਉਣਾ ਸੀ। ਇੱਕ ਦਿਨ ਮੈਨੂੰ ਨਵੀਂ ਸਕੀਮ ਸੁੱਝੀ। ਮੈਂ ਜੋਕਰ ਦਾ ਭੇਸ ਧਾਰ ਉਸ ਨਾਲ ਸਾਈਕਲ ਚਲਾਉਣ ਲੱਗਿਆ। ਮੇਰੀਆਂ ਸਰਕਸ ਵਾਲੀਆਂ ਹਰਕਤਾਂ ਵੇਖ ਉਹ ਬੰਦਾ ਫਿੱਕਾ ਪੈ ਗਿਆ। ਉਹਨੇ ਮੈਨੂੰ ਅਗਲੇ ਦਿਨ ਗੋਲ ਦਾਇਰੇ ਵਿੱਚ ਆਉਣ ਤੋਂ ਰੋਕ ਦਿੱਤਾ ਸੀ। ਲੈ, ਐਂ ਕਿਤੇ ਉਹਦੇ ਬਾਪ ਵਾਲਾ ਰਾਜ ਹੈ। ਪਿੰਡ ਆਪਣਾ, ਥਾਂ ਆਪਣੀ। ਉਹ ਕੌਣ ਹੁੰਦਾ? ਤੂੰ ਕੱਲ੍ਹ ਨੂੰ ਆਈਂ ਜੋਕਰਾ। ਲੋਕਾਂ ਦੀਆਂ ਗੱਲਾਂ ਵਿੱਚ ਆ ਮੈਂ ਅਗਲਾ ਦਿਨ ਵੀ ਲੁੱਟ ਲਿਆ ਸੀ। ਉਸ ਤੋਂ ਅਗਲਾ ਦਿਨ ਮੇਰਾ ਆਖਰੀ ਦਿਨ ਸੀ। ਮੈਂ ਜੋਕਰ ਦਾ ਭੇਸ ਧਾਰੀ ਜਿਉਂ ਹੀ ਉਸ ਨਾਲ ਸਾਈਕਲ ਚਲਾਉਣ ਲੱਗਿਆ, ਪਹਿਲੇ ਗੇੜੇ ਵਿੱਚ ਹੀ ਮੂਹਰਲਾ ਟਾਇਰ ਫਟ ਕੇ
ਢਕੇ ਹੋਏ ਟੋਏ ਵਿੱਚ ਪੈ ਗਿਆ। ਮੈਂ ਸਾਈਕਲ ਸਮੇਤ ਗੋਲ ਦਾਇਰੇ ਵਿਚਕਾਰ ਰੱਖੀਆਂ ਇੱਟਾਂ ਉੱਪਰ ਜਾ ਡਿੱਗਿਆ। ਸਾਈਕਲ ਦਾ ਚਿਮਟਾ ਟੁੱਟ ਗਿਆ। ਮੇਰੇ 2 ਦੰਦ ਟੁੱਟ ਗਏ। ਲੋਕ ਤਾੜੀਆਂ ਮਾਰ-ਮਾਰ ਹੱਸਣ ਲੱਗ ਪਏ। ਕਿਉਂ? ਲੈ ਲਿਆ ਸਵਾਦ? ਕਿੱਥੇ ਸਾਈਕਲ, ਕਿੱਥੇ ਸਾਈਕਲੀ, ਕਿੱਥੇ ਪੂਰਾ ਬੰਦਾ, ਕਿੱਥੇ ਅੱਧਾ ਪੌਣਾ। ਲੋਕਾਂ ਦੀਆਂ ਗੱਲਾਂ ਸੁਣ ਸਾਈਕਲ ਚਲਾਉਣ ਵਾਲਾ ਵੀ ਹੱਸ ਰਿਹਾ ਸੀ। ਮੈਂ ਸਮਝ ਗਿਆ, ਮੈਨੂੰ ਸਿੱਟਣ ਲਈ ਉਹ ਟੋਆ ਉਸਨੇ ਹੀ ਪੁੱਟਿਆ ਸੀ। ਜਿਸ ਦਿਨ ਉਹ ਬੰਦਾ ਆਪਣਾ ਸ਼ੋਅ ਸਮਾਪਤ ਕਰ ਪਿੰਡੋਂ ਜਾਣ ਲੱਗਿਆ, ਮੈਂ ਪਹਿਲਾਂ ਹੀ ਬਾਹਰਲੀ ਸੜਕ ਕੋਲ ਜਾ ਖੜਿਆ। ਜਦੋਂ ਉਹ ਕੋਲ ਦੀ ਲੰਘਣ ਲੱਗਿਆ, ਮੈਂ ਰੋਕ ਲਿਆ। ਉਹ ਰੁਕਣ ਸਾਰ ਕਹਿੰਦਾ, ਕਿਉਂ, ਕਿਵੇਂ ਲੱਗਿਆ ਮੇਰਾ ਸ਼ੋਅ? ਸ਼ੋਅ ਤਾਂ ਬਹੁਤ ਵਧੀਆ ਲੱਗਿਆ, ਪਰ ਅੱਗੇ ਤੋਂ ਕਿਸੇ ਕਲਾਕਾਰ ਨਾਲ ਇਹੋ ਜਿਹਾ ਮਜ਼ਾਕ ਨਾ ਕਰੀਂ। ਉਲਾਂਭਾ ਦਿੰਦਾ ਹੋਇਆ ਮੈਂ ਉਸਨੂੰ 100 ਦਾ ਨੋਟ ਫੜਾਉਣ ਲੱਗਿਆ। ਮੇਰੀ ਰਮਜ਼ ਪਛਾਣ ਉਹ ਬਿਨਾਂ ਨੋਟ ਫੜਿਆਂ ਹੀ ਤੁਰ ਗਿਆ ਸੀ। ਜਿਸ ਦਿਨ ਦਾ ਉਹ ਬੰਦਾ ਪਿੰਡ ਵਿੱਚੋਂ ਗਿਆ ਹੈ, ਮੇਰੇ ਸਾਈਕਲ ਦਾ ਚਿਮਟਾ ਉਸੇ ਤਰ੍ਹਾਂ ਟੁੱਟਿਆ ਪਿਆ ਹੈ। 2 ਦੰਦ ਉਸੇ ਤਰ੍ਹਾਂ ਨਿਕਲੇ ਹੋਏ ਹਨ। ਕੰਧ ਕੋਲ ਜਿਸ ਥਾਂ ਟੁੱਟਿਆ ਸਾਈਕਲ ਪਿਆ ਹੈ, ਉਸ ਦੇ ਨਾਲ ਹੀ 2 ਲੰਬੇ ਬਾਂਸ ਪਏ ਹਨ। 2 ਰੱਸੀਆਂ ਪਈਆਂ ਹਨ। ਮੈਨੂੰ ਲੱਤਾਂ ਨਾਲ ਬਾਂਸ ਬੰਨ੍ਹ ਕੇ ਲੰਬਾ ਹੋਣ ਦੀ ਕਲਾ ਆਉਂਦੀ ਹੈ। ਇਹ ਮੈਂ ਸਰਕਸ ਵਿੱਚ ਸਿੱਖੀ ਸੀ। ਜਦੋਂ ਲੋਕਾਂ ਦੀਆਂ ਗੱਲਾਂ ਬਹੁਤ ਹੀ ਬੌਣਾ ਕਰ ਦਿੰਦੀਆਂ ਹਨ, ਮੈਂ ਲੱਤਾਂ ਨਾਲ ਬਾਂਸ ਬੰਨ੍ਹ ਲੰਬਾ ਹੋ ਜਾਂਦਾ ਹਾਂ। ਲੈ ਹੋਣਾ ਕੀ ਸੀ, ਲੱਤਾਂ ਨਾਲ ਬਾਂਸ ਬੰਨ੍ਹੀ ਫਿਰਦਾ ਸੀ, ਡਿੱਗ ਪਿਆ। ਜਿਸ ਵਕਤ ਬੀਹੀ ਵਿੱਚ ਦੀ ਕੋਈ ਬੰਦਾ ਲੰਘਦਾ, ਮੈਨੂੰ ਲੱਗਦਾ ਜਿਵੇਂ ਉਹ ਮੇਰੀ ਗੱਲ ਕਰ ਰਿਹਾ ਹੈ। ਲੈ ਤੇਰੀ ਗੱਲ ਕਰਕੇ ਕਿਸੇ ਨੇ ਕੀ ਬਾਂਸ ਲੈਣਾ? ਗੱਲਾਂ ਮਾਰਦਾ ਸਾਲਾ ਬੌਣਾ ਜਿਹਾ। ਭਰਾ ਨੂੰ ਮੇਰੀ ਹਰ ਗੱਲ ਬੁਰੀ ਲੱਗਦੀ ਹੈ। ਜਿਹੜਾ ਬੌਣਾ ਆਖਦਾ ਉਹ ਰਾਣੀ ਵਾਂਗ ਮੈਨੂੰ ਵੀ ਬਹੁਤ ਬੁਰਾ ਲੱਗਦਾ ਹੈ। ਉਹ ਕਹਿੰਦੀ ਹੁੰਦੀ, ਜਿਹੜਾ ਬੰਦਾ ਆਪਾਂ ਨੂੰ ਬੌਣੀ ਅੱਖ ਨਾਲ ਵੇਖਦਾ, ਉਹ ਮੈਨੂੰ ਬਹੁਤ ਬੁਰਾ ਲੱਗਦਾ ਹੈ। ਕਈ ਵਾਰੀ ਮੈਂ ਹੀ ਗਲਤੀ ਨਾਲ ਬੌਣਾ ਆਖ ਬੈਠਦਾ। ਰਾਣੀ ਬਹੁਤ ਗੁੱਸਾ ਕਰਦੀ। ਉਹ ਜਲੰਧਰ ਵੱਲ ਦੀ ਕੁੜੀ ਸੀ। ਮੇਰਾ ਕੱਦ ਪੌਣੇ 3 ਫੁੱਟ ਹੈ, ਉਹ 2.5 ਫੁੱਟ ਦੀ ਸੀ। ਮੈਂ ਆਰਕੈਸਟਰਾ ਵਿੱਚ ਆਈਟਮ ਬੁਆਏ ਸਾਂ, ਉਹ ਆਈਟਮ ਗਰਲ ਸੀ। ਲਓ ਜੀ, ਪੇਸ਼ ਹੈ ਆਈਟਮ ਜੋੜੀ ਨੰਬਰ 1। ਜਿਉਂ ਹੀ ਹਾਲ ਵਿੱਚ ਸਾਊਂਡ ਵੱਜਦੀ, ਮੈਂ ਤੇ ਰਾਣੀ ਸਟੇਜ ਉੱਪਰ ਨੱਚਣ ਲੱਗਦੇ। ਹਾਲ ਵਿੱਚ ਸੀਟੀਆਂ, ਤਾੜੀਆਂ ਵੱਜਣ ਲੱਗਦੀਆਂ। ਮੈਂ ਨੱਚਦਾ ਊਟ-ਪਟਾਂਗ ਹਰਕਤਾਂ ਕਰਨ ਲੱਗਦਾ। ਰਾਣੀ ਮੇਰੀ ਨਕਲ ਕਰਨ ਲੱਗਦੀ। ਲੋਕਾਂ ਦੀਆਂ ਅੱਖਾਂ ਹੱਸਣ ਲੱਗਦੀਆਂ। ਮੈਂ ਬੱਚਿਆਂ ਨੂੰ ਅੱਖਾਂ ਮਾਰਨ ਲੱਗਦਾ। ਰਾਣੀ ਸੰਗ ਜਾਂਦੀ। ਉਹਦਾ ਚਿਹਰਾ ਲਾਲ ਹੋ ਜਾਂਦਾ। ਜਿਸ ਵਕਤ ਪ੍ਰੋਗਰਾਮ ਖਤਮ ਹੁੰਦਾ, ਬੱਚੇ ਆਪਣੇ ਮਾਂ-ਬਾਪਾਂ ਨਾਲ ਸਾਨੂੰ ਘੇਰ ਲੈਂਦੇ। ਉਹ ਸਾਡੇ ਨਾਲ ਫੋਟੋਆਂ ਖਿਚਵਾਉਣ ਦੀ ਜਿੱਦ ਕਰਦੇ। ਮੈਂ ਕਦੀ ਜੀਭ ਕੱਢ ਲੈਂਦਾ, ਕਦੀ ਇੱਕ ਅੱਖ ਮੀਚ ਲੈਂਦਾ, ਕਦੀ ਜੈਕਟ ਪੁੱਠੀ ਪਾ ਲੈਂਦਾ। ਹਸਾਉਣੀਆਂ ਫੋਟੋਆਂ ਵਿੱਚ ਜਦੋਂ ਕੋਈ ਮੈਨੂੰ ਤੇ ਰਾਣੀ ਨੂੰ ਗੋਦੀ ਚੁੱਕ ਕੇ ਫੋਟੋ ਖਿਚਾਉਣ ਦੀ ਜਿੱਦ ਕਰਦਾ, ਰਾਣੀ ਰੋਣ ਲੱਗ ਪੈਂਦੀ। ਉਹ ਮੈਨੂੰ ਆਖਦੀ, ਆਪਾਂ ਬੌਣੇ ਆ, ਇਹ ਲੋਕ ਇਸ ਲਈ ਆਪਣੇ ਨਾਲ ਫੋਟੋਆਂ ਖਿਚਾਉਂਦੇ ਨੇ। ਬਸ ਮੈਂ ਨਹੀਂ ਆਰਕੈਸਟਰਾ 'ਚ ਕੰਮ ਕਰਨਾ, ਨਾ ਮੈਂ ਨਹੀਂ ਕਰਨਾ। ਹਰ ਪ੍ਰੋਗਰਾਮ ਤੋਂ ਬਾਅਦ ਉਹ ਨਾਂਹ ਵਿੱਚ ਸਿਰ ਮਾਰਨ ਲੱਗ ਪੈਂਦੀ। ਇੱਕ ਦਿਨ ਪ੍ਰੋਗਰਾਮ ਤੋਂ ਬਾਅਦ ਆਰਕੈਸਟਰਾ ਦਾ ਮਾਲਕ ਕਹਿੰਦਾ, ਦੇਖ ਓਡੀ ਆਪ ਨਹੀਂ ਜਿੱਡਾ ਨਖਰਾ ਕਰਦੀ ਹੈ। ਜੇ ਨਹੀਂ ਪ੍ਰੋਗਰਾਮ ਕਰਨੇ, ਘਰੇ ਬੈਠ। ਮਾਲਕ ਦੀਆਂ ਗਾਲਾਂ ਸੁਣ ਉਹ ਇੰਨਾ ਰੋਈ ਕਿ ਮੇਰਾ ਵੀ ਰੋਣਾ ਨਿਕਲ ਗਿਆ। ਸਾਨੂੰ ਵੇਖ ਸਾਰਾ ਗਰੁੱਪ ਹੱਸਣ ਲੱਗ ਪਿਆ। ਓਏ ਤੁਸੀਂ ਦੋਵੇਂ ਵਿਆਹ ਕਰਵਾ ਲਓ, ਘਰੇ ਬੈਠ ਕੇ ਸੁਰ 'ਚ ਰੋਇਆ ਕਰੋ। ਮੈਂ ਤਾਂ ਰਾਣੀ ਨੂੰ ਕਿਹਾ ਸੀ, ਪਰ ਵਿਆਹ ਲਈ ਉਹ ਨਹੀਂ ਮੰਨੀ। ਆਰਕੈਸਟਰਾ ਛੱਡ ਉਹ ਪਤਾ ਨਹੀਂ ਕਿੱਧਰ ਅਲੋਪ ਹੋ ਗਈ ਸੀ। ਮੈਨੂੰ ਸਾਰੀ ਰਾਤ ਉਸ ਦੀਆਂ ਸਿਸਕੀਆਂ ਸੁਣਦੀਆਂ ਰਹਿੰਦੀਆਂ ਸਨ। ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ, ਹੱਸਣੇ ਦੀ ਆਦਤ ਪਾ ਸੱਜਣਾ। ਇੱਕ ਗੀਤ ਵਿਚਲੀ ਰਮਝ ਸਮਝ ਮੈਂ ਹਸਾਉਣ ਦੀ ਆਦਤ ਤਾਂ ਪਾ ਲਈ ਸੀ, ਪਰ ਮੈਨੂੰ ਰਵਾਉਣ ਲਈ ਦੁਨੀਆ ਨਵੀਆਂ ਹੀ ਬੋਲੀਆਂ ਜੋੜ ਲੈਂਦੀ ਹੈ। ਇਹ ਬੈਠਣ ਦਾ ਸਮਾਂ ਨਹੀਂ, ਕੁਝ ਕਹਿਣ ਦਾ, ਕੁਝ ਕਰਨ ਦਾ ਵਕਤ ਹੈ। ਜਿਸ ਪਿੰਡ ਨੇ ਮੇਰਾ ਚਿਹਰਾ ਸਾੜਿਆ ਸੀ, ਉਸ ਪਿੰਡ ਦਾ ਮਾਰਿਆ ਬੰਟੀ ਵੀ ਮਰ ਗਿਆ ਹੈ। ਉਸ ਦੀ ਲਾਸ਼ ਮੈਨੂੰ ਆਵਾਜ਼ਾਂ ਮਾਰ ਰਹੀ ਹੈ। ਮੈਂ ਉਹਦੇ ਸੰਸਕਾਰ 'ਤੇ ਜਾ ਰਿਹਾ ਹਾਂ। ਸੰਸਕਾਰ 'ਤੇ ਤਾਂ ਜਾਣਾ ਹੀ ਪੈਣਾ ਭਾਈ। ਗੱਲਾਂ ਮਾਰਦੀ ਲੋਕਾਂ ਦੀ ਭੀੜ ਸ਼ਮਸ਼ਾਨ ਘਾਟ ਤੋਂ ਪਹਿਲਾਂ ਬੰਟੀ ਦੇ ਘਰ ਵੱਲ ਨੂੰ ਜਾ ਰਹੀ ਹੈ। ਸੰਸਕਾਰ 'ਤੇ ਜਾਣ ਵਾਲਾ ਹਰ ਬੰਦਾ ਜਿਉਂਦਾ ਨਹੀਂ ਹੁੰਦਾ। ਮੌਤ ਵਰਗੀ ਗੱਲ ਸੋਚ ਮੈਨੂੰ ਪੁਨਰ ਜਨਮ ਦੀਆਂ ਕਹਾਣੀਆਂ ਯਾਦ ਆਉਣ ਲੱਗ ਪਈਆਂ ਹਨ। ਮੇਰਾ ਦੁਬਾਰਾ ਜਨਮ ਲੈਣ ਨੂੰ ਦਿਲ ਕਰਨ ਲੱਗ ਪਿਆ ਹੈ। ਮੈਂ ਅਗਲੇ ਜਨਮ ਵਿੱਚ ਪੂਰਾ ਬੰਦਾ ਬਣ ਕੇ ਜਨਮ ਲੈਣਾ ਚਾਹੁੰਦਾ ਹਾਂ, ਪਰ ਦੁਬਾਰਾ ਜਨਮ ਲੈਣ ਲਈ ਇੱਕ ਵਾਰ ਮਰਨਾ ਪੈਣਾ ਹੈ। ਇੱਕ ਵਾਰ ਕਿਉਂ, ਮੈਂ ਤਾਂ ਨਿੰਦੀ ਤੇ ਜੋਕਰ ਵਾਂਗ ਕਿੰਨੀਆਂ ਹੀ ਮੌਤਾਂ ਮਰ ਚੁੱਕਾ ਹਾਂ। ਫਿਰ ਮੇਰਾ ਪੁਨਰ ਜਨਮ ਕਿਉਂ ਨਹੀਂ ਹੋਇਆ? ਬੰਟੀ ਦਾ ਵੀ ਨਹੀਂ ਹੋਣਾ। ਮੈਨੂੰ ਇਸ ਜਨਮ ਵਿੱਚ ਹੀ ਉਹਦੀ ਮੌਤ ਉੱਪਰ ਆਪਣੀ ਗੱਲ ਕਹਿਣੀ ਪੈਣੀ ਹੈ। ਬੰਟੀ ਦਾ ਚਿਹਰਾ ਯਾਦ ਕਰ ਮੈਂ ਦਾਸੀ ਦੀ ਕੁੜੀ ਦੇ ਸੰਸਕਾਰ 'ਤੇ ਆਖੀ ਗੱਲ ਯਾਦ ਕਰਨ ਲੱਗ ਪਿਆ ਹਾਂ।
ਮੇਰੀ ਨਜ਼ਰ ਘਰ ਮੂਹਰ ਦੀ ਲੰਘਦੀ ਸੜਕ ਉੱਪਰ ਜਾ ਟਿਕੀ ਹੈ। ਮੈਂ ਘਰ ਅੱਗੇ ਸੜਕ ਕਿਨਾਰੇ ਖੜ੍ਹਾ ਹਾਂ। ਸੜਕ ਦੌੜ ਰਹੀ ਹੈ। ਬੱਸਾਂ, ਕਾਰਾਂ, ਟਰੱਕ, ਮੋਟਰਸਾਈਕਲ ਖੜ੍ਹੇ ਹਨ। ਉਹਨਾਂ ਉੱਪਰ ਸਵਾਰ ਲੋਕ ਕਾਹਲੀ ਵਿੱਚ ਹਨ। ਉਹ ਹਾਰਨ ਵਜਾ ਰਹੇ ਹਨ, ਪਰ ਕਿਸੇ ਨੂੰ ਸੁਣਦਾ ਨਹੀਂ। ਮੈਨੂੰ ਉਹਨਾਂ ਦੀ ਦੌੜ ਉੱਪਰ ਹਾਸੀ ਆ ਰਹੀ ਹੈ। ਹੱਸਣਾ, ਇਹ ਲੰਬੇ ਲੋਕ ਨੇ, ਪਰ ਇਹਨਾਂ ਦਾ ਸਫ਼ਰ ਛੋਟਾ ਹੈ। ਫਟ ਰਹੀ ਨਜ਼ਰ ਨੂੰ ਇਕਸੁਰ ਕਰ ਮੈਂ ਸਾਹਮਣੇ ਝਾਕਿਆ ਹਾਂ। ਸੜਕ ਤੋਂ ਪਾਰ ਗੁਰਦੁਆਰਾ ਹੈ। ਉਸ ਵੱਲ ਵੇਖ ਮੈਨੂੰ ਛੋਟਾ ਕਰਨ ਵਾਲੀ ਘਟਨਾ ਯਾਦ ਆ ਗਈ ਹੈ। ਘਟਨਾ ਨਹੀਂ, ਉਹ ਵੀ ਦੁਰਘਟਨਾ ਸੀ। ਕੋਈ ਪਾਪੀ ਬੰਦਾ ਮਹਾਰਾਜ ਦੀ ਬੀੜ ਨੂੰ ਅਗਨ ਭੇਟ ਕਰ ਸ਼ਿਪਨ ਹੋ ਗਿਆ ਸੀ। ਉਹਦਾ ਖੁਰਾ ਖੋਜ ਲੱਭ ਉਸ ਨੂੰ ਸਜ਼ਾ ਦੇਣ ਲਈ ਸੰਗਤ ਵਿੱਚ ਮਤਾ ਪਕਾਇਆ ਜਾ ਰਿਹਾ ਸੀ। ਪਰ ਗੁਰੂ ਦੀ ਸਾਜੀ ਸਾਧ ਸੰਗਤ ਗੁਰੂ ਤੋਂ ਮੁੱਖ ਮੋੜ ਚੁੱਪ ਧਾਰੀ ਬੈਠੀ ਸੀ। ਲੋਕਾਂ ਅੰਦਰ ਘਾਤ ਲਾਈ ਬੈਠੀ ਚੁੱਪ ਵੱਲ ਵੇਖ ਮੇਰੇ ਅੰਦਰ ਧੂੰਆਂ ਉੱਠ ਰਿਹਾ ਸੀ। ਜਦੋਂ ਕਾਫਰ ਨੂੰ ਸਜ਼ਾ ਦੇਣ ਲਈ ਕੋਈ ਨਾ ਉੱਠਿਆ, ਮੈਂ ਉੱਠ ਕੇ ਹੱਥ ਖੜ੍ਹਾ ਕਰ ਦਿੱਤਾ। ਉਸ ਪਾਪੀ ਨੂੰ ਲੱਭ ਕੇ ਮੈਂ ਸਜ਼ਾ ਦੇਊਂਗਾ। ਹਾਂ, ਉਸ ਪਾਪੀ ਨੂੰ ਲੱਭ ਕੇ ਗੋਲੀ ਮਾਰ ਦੇਣੀ ਚਾਹੀਦੀ ਹੈ। ਮੇਰੀ ਗੱਲ ਸੁਣ। ਮੇਰੀ ਪਿੱਠ ਪਿੱਛੋਂ ਇਕੱਠ ਵਿੱਚੋਂ ਉੱਚੀ ਸਾਰੀ ਆਵਾਜ਼ ਆਈ। ਉਸ ਆਵਾਜ਼ ਨੂੰ ਅਣਸੁਣੀ ਕਰ ਸੰਗਤ ਮੇਰੀ ਗੱਲ ਉੱਪਰ ਹੱਸਣ ਲੱਗ ਪਈ। ਤੂੰ ਸਜ਼ਾ ਦੇਵੇਂਗਾ? ਤੂੰ ਲੱਭੇਂਗਾ ਉਹਨੂੰ? ਤੂੰ ਆਪ ਤਾਂ ਗਵਾਚਿਆ ਪਿਆ। ਜਾ ਪਹਿਲਾਂ ਆਪਣੇ ਆਪ ਨੂੰ ਲੱਭ। ਲੋਕਾਂ ਦਾ ਹਾਸਾ ਸੁਣ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਸਭ ਤੋਂ ਉੱਚੀ ਹੱਸਿਆ ਸੀ, ਪਰ ਮੈਨੂੰ ਉਹਦਾ ਹਾਸਾ ਸੁਣਾਈ ਨਹੀਂ ਦਿੱਤਾ। ਮੇਰੇ ਦਿਮਾਗ ਵਿੱਚ ਮੇਰੀ ਪਿੱਠ ਪਿੱਛੋਂ ਆਈ ਆਵਾਜ਼ ਗੂੰਜ ਰਹੀ ਸੀ। ਉਹ ਆਵਾਜ਼ ਮੈਂ ਪਹਿਲਾਂ ਵੀ ਕਿਤੇ ਸੁਣੀ ਸੀ। ਕਿਸ ਦੀ ਸੀ ਉਹ ਆਵਾਜ਼? ਉਹ ਆਵਾਜ਼ ਦਾ ਚਿਹਰਾ ਲੱਭਣ ਲਈ ਮੇਰੀਆਂ ਅੱਖਾਂ ਤੇਜ਼ੀ ਨਾਲ ਘੁੰਮ ਰਹੀਆਂ ਸਨ। ਭੀੜ ਦਾ ਕੋਈ ਚਿਹਰਾ ਨਹੀਂ ਹੁੰਦਾ। ਕਮੇਟੀ ਦਾ ਪ੍ਰਧਾਨ 2 ਬੰਦਿਆਂ ਨੂੰ ਸਮਝਾਉਂਦਾ ਜਾ ਰਿਹਾ ਸੀ। ਉਹ ਵੀ ਬੰਟੀ ਦੇ ਘਰ ਨੂੰ ਚੱਲਿਆ ਹੈ। ਉਸ ਦੀ ਪਿੱਠ ਵੱਲ ਵੇਖ ਮੈਨੂੰ ਉਹਦੀ ਦਾੜ੍ਹੀ ਯਾਦ ਆ ਗਈ ਹੈ। ਜਿਸ ਦਿਨ ਉਹ ਬਾਪੂ ਕੋਲ ਘਰ ਆਇਆ ਸੀ, ਮੈਂ ਮੌਕਾ ਜਿਹਾ ਵੇਖ ਮਨ ਦੀ ਗੱਲ ਆਖ ਦਿੱਤੀ। ਬਾਪੂ, ਪ੍ਰਧਾਨ ਜੀ ਨੂੰ ਕਹਿ, ਇਸ ਵਾਰ ਮੈਂ ਵੀ ਨਗਰ ਕੀਰਤਨ 'ਚ ਸਿੰਘ ਸੱਜਣਾ। ਕੀ ਕਿਹਾ ਤੂੰ? 5 ਪਿਆਰਿਆਂ 'ਚ ਸਿੰਘ ਸੱਜਣਾ? ਕਿੱਥੇ ਐਨੇ ਲੰਬੇ ਜਵਾਨ? ਕਿੱਥੇ ਤੂੰ ਐਡਾ ਕੁ? ਪ੍ਰਧਾਨ ਆਪਣੀ ਦਾੜ੍ਹੀ ਉੱਪਰ ਹੱਥ ਫੇਰ ਮੈਨੂੰ ਇੱਕ ਗਿੱਠ ਨਾਲ ਮੁੱਠੀ ਜੋੜ ਕੇ ਦਿਖਾਉਣ ਲੱਗ ਪਿਆ ਸੀ। ਉਸ ਦੀ ਗੱਲ ਯਾਦ ਕਰ ਮੇਰੀ ਸੁਰਤੀ ਕੂਕਿਆਂ ਦੇ ਸ਼ਹੀਦੀ ਸਾਕੇ ਉੱਪਰ ਜਾ ਟਿਕੀ ਹੈ। ਮਲੇਰਕੋਟਲਾ ਸਾਡਾ ਗਵਾਂਢੀ ਸ਼ਹਿਰ ਹੈ। ਉੱਥੇ ਕਲਰਾਂ ਵਿੱਚ ਕੂਕਿਆਂ ਦਾ ਗੁਰਦੁਆਰਾ ਹੈ। ਇੱਕ ਵਾਰ ਮੈਂ ਬਾਪੂ ਹੋਰਾਂ ਨਾਲ ਮੱਥਾ ਟੇਕਣ ਗਿਆ ਸੀ। ਮੱਥਾ ਟੇਕ ਕੇ ਅਸੀਂ ਸਾਰਾ ਗੁਰਦੁਆਰਾ ਵੇਖਿਆ। ਉਸ ਵਿੱਚ ਫੋਟੋਆਂ, ਪੁਤਲਿਆਂ ਦੇ ਮਾਡਲਾਂ ਨਾਲ ਕੂਕਿਆਂ ਦਾ ਸ਼ਹੀਦੀ ਦ੍ਰਿਸ਼ ਦਿਖਾਇਆ ਹੋਇਆ ਸੀ। ਉਸ ਦ੍ਰਿਸ਼ ਵਿੱਚ ਇੱਕ ਪਾਸੇ ਅੰਗਰੇਜ਼ ਅਫਸਰ ਕਾਬਨ ਤੋਪਾਂ ਬੀੜੀ ਖੜ੍ਹਾ ਸੀ। ਦੂਜੇ ਪਾਸੇ ਕੂਕਿਆਂ ਦਾ ਭਰਵਾਂ ਇਕੱਠ ਕੀਰਤਨ ਵਿੱਚ ਲੀਨ ਬੈਠਾ ਸੀ। ਜਿਉਂ ਹੀ ਕਾਵਨ ਗਰਜਦਾ, ਕੂਕਿਆਂ ਦਾ ਜਥਾ ਤੋਪਾਂ ਅੱਗੇ ਆ ਖੜ੍ਹਦਾ, ਧਮਾਕਾ ਹੁੰਦਾ, ਜਥਾ ਸ਼ਹੀਦੀ ਪ੍ਰਾਪਤ ਕਰ ਜਾਂਦਾ। ਮੈਂ ਵੇਖਿਆ ਉਹਨਾਂ ਕੂਕਿਆਂ ਵਿੱਚ ਇੱਕ ਛੋਟੇ ਜਿਹੇ ਕੱਦ ਦਾ ਕੂਕਾ ਵੀ ਸੀ। ਉਸ ਦਾ ਨਾਂ ਵਰਿਆਮ ਸੀ। ਉਹਦਾ ਕੱਦ ਤੋਪਾਂ ਦੇ ਮੂੰਹ ਤੋਂ ਨੀਵਾਂ ਰਹਿ ਰਿਹਾ ਸੀ। ਜਦੋਂ ਅੰਗਰੇਜ਼ ਅਫਸਰ ਉਸ ਨੂੰ ਪਰ੍ਹਾਂ ਕਰਨ ਲੱਗਾ, ਉਹ ਭੱਜ ਕੇ ਖੇਤਾਂ ਵਿੱਚ ਚਲਿਆ ਗਿਆ। ਉੱਥੋਂ ਮਿੱਟੀ ਦੇ ਡਲੇ ਲਿਆ ਕੇ ਢੇਰੀ ਲਾ ਲਈ। ਜਦੋਂ ਡਲਿਆਂ ਦੀ ਢੇਰੀ ਉੱਪਰ ਖੜ੍ਹ ਕੇ ਕੱਦ ਤੋਪਾਂ ਦੇ ਮੇਚਦਾ ਹੋ ਗਿਆ, ਵਰਿਆਮ ਛਾਤੀ ਤਾਣ ਕੇ ਕਹਿੰਦਾ, ਲਓ ਹੁਣ ਚਲਾਓ ਤੋਪਾਂ। ਪਰ ਕਮੇਟੀ ਪ੍ਰਧਾਨ ਨੂੰ ਵਰਿਆਮ ਸਿੰਘ ਭੁੱਲ ਚੁੱਕਾ ਹੈ। ਉਸ ਨੂੰ ਕੰਮ ਨਹੀਂ, ਕੱਦ ਨਜ਼ਰ ਆਉਂਦਾ ਹੈ। ਬੰਦੇ ਦਾ ਕੱਦ ਸਰੀਰ ਨਾਲ ਨਹੀਂ, ਉਹਦੇ ਕੰਮਾਂ ਨਾਲ ਤੇ ਸੋਚਾਂ ਨਾਲ ਬਣਦਾ ਹੈ। ਨਗਰ ਕੀਰਤਨ ਵਿੱਚ ਸਿੰਘ ਸਜਣ ਵਾਲੇ ਬੰਦਿਆਂ ਉੱਪਰ ਧਿਆਨ ਧਰ ਮੈਂ ਬੰਟੀ ਦੇ ਸੰਸਕਾਰ ਉੱਪਰ ਜਾ ਰਹੇ ਬੰਦਿਆਂ ਵੱਲ ਵੇਖਣ ਲੱਗ ਪਿਆ ਹਾਂ। ਉਹਨਾਂ ਵਿੱਚ 2 ਬੰਦੇ ਉਹ ਹਨ ਜਿਹੜੇ 5 ਪਿਆਰਿਆਂ ਵਿੱਚ ਸਿੰਘ ਸਜੇ ਸਨ। ਦੋਹਾਂ ਵਿੱਚੋਂ ਇੱਕ ਬੰਦਾ ਉਹ ਹੈ ਜਿਸ ਨੇ ਬੰਟੀ ਦੀ ਮੌਤ ਦੇ ਪਲਾਂ ਦੀ ਫਿਲਮ ਬਣਾਈ ਸੀ। ਉਸ ਦਾ ਕੱਦ ਸਭ ਤੋਂ ਲੰਬਾ ਹੈ। ਉਸ ਵੱਲ ਵੇਖ ਮੈਨੂੰ ਵਰਿਆਮ ਸਿੰਘ ਦਾ ਕੱਦ ਯਾਦ ਆਉਣ ਲੱਗ ਪਿਆ ਹੈ। ਗੁਰਦੁਆਰਾ ਪਾਰ ਕਰ ਬੰਦਿਆਂ ਦੀ ਟੋਲੀ ਪ੍ਰਾਇਮਰੀ ਸਕੂਲ ਕੋਲ ਪਹੁੰਚ ਗਈ ਹੈ। ਕਰਤਾਰ ਮਾਸਟਰ ਸਕੂਲ ਦੇ ਬਾਹਰ ਖੜ੍ਹਾ ਹੈ। ਇੱਕ ਹੱਥ ਵਿੱਚ ਮੋਬਾਇਲ, ਇੱਕ ਹੱਥ ਵਿੱਚ ਚਾਹ ਦਾ ਗਿਲਾਸ। ਉਹ ਫੋਨ ਕਰਦਾ ਹੋਇਆ ਗਿਲਾਸ ਦਿਖਾ ਚਾਹ ਪੁੱਛ ਰਿਹਾ ਹੈ। ਉਸ ਵੱਲ ਵੇਖ ਲੰਘੇ ਜਾਂਦੇ ਬੰਦੇ ਹੱਸ ਰਹੇ ਹਨ। ਪੜ੍ਹਾ ਲੈ ਮਾਸਟਰਾ 4 ਅੱਖਰ। ਚੱਲ ਆਪਾਂ ਨੂੰ ਕੀ ਹੈ, ਆਪਣੇ ਕਿਹੜਾ ਇੱਥੇ ਜਵਾਕ ਪੜ੍ਹਦੇ ਨੇ। ਸਭ ਤੋਂ ਲੰਬੇ ਕੱਦ ਵਾਲਾ ਬੰਦਾ ਤਾੜੀ ਮਾਰ ਕੇ ਹੱਸਿਆ ਹੈ। ਉਹਦੀ ਆਵਾਜ਼ ਸੁਣ ਮੇਰੇ ਦਿਮਾਗ ਵਿੱਚ ਫਸੀ ਆਵਾਜ਼ ਗੂੰਜਣ ਲੱਗ ਪਈ ਹੈ। ਮੈਨੂੰ ਉਸ ਰਾਤ ਸੁਣੀ ਆਵਾਜ਼ ਯਾਦ ਆ ਗਈ ਹੈ। ਉਸ ਰਾਤ ਘਰ ਵਿੱਚ ਮੇਰਾ ਸਾਹ ਘੁੱਟਣ ਲੱਗ ਪਿਆ ਸੀ। ਮੈਂ ਖੁੱਲ੍ਹੀ ਹਵਾ ਵਿੱਚ ਸਾਹ ਲੈਣ ਲਈ ਬਾਹਰ ਨਿਕਲਿਆ ਸੀ। ਗੁਰਦੁਆਰੇ ਕੋਲ ਸੜਕ ਕਿਨਾਰੇ ਹਨੇਰੇ ਵਿੱਚ ਖੜ੍ਹੇ 2 ਬੰਦੇ ਹੌਲੀ ਹੌਲੀ ਗੱਲਾਂ ਕਰ ਰਹੇ ਸਨ। ਉਹਨਾਂ ਦੀਆਂ ਗੱਲਾਂ ਸੁਣ ਮੇਰਾ ਸਾਹ ਰੁਕ ਗਿਆ। ਇੱਕ ਬੰਦਾ ਕਹਿ ਰਿਹਾ ਸੀ,
ਬਸ ਤੂੰ ਅੱਗ ਲਾਉਣ ਵਾਲਾ ਕੰਮ ਕਰਤਾ, ਬਾਕੀ ਮੈਂ ਜਾਣਾ ਮੇਰਾ ਕੰਮ ਜਾਣੇ। ਹੁਣ ਗੁਰਦੁਆਰਾ ਕਮੇਟੀ ਨੂੰ ਮੈਂ ਦੱਸੂ ਮੈਨੂੰ ਪ੍ਰਧਾਨ ਨਾ ਬਣਾਉਣ ਦਾ ਕੀ ਅਰਥ ਹੁੰਦਾ। ਅੱਛਾ, ਇਹ ਹੈ ਉਹ ਕਾਫਰ ਬੰਦਾ ਜਿਸ ਨੇ ਬੀੜ ਅਗਨੀ ਭੇਂਟ ਕਰਵਾਈ, ਜਿਹੜਾ ਪਾਪੀ ਨੂੰ ਗੋਲੀ ਮਾਰਨ ਦੀ ਗੱਲ ਆਖ ਰਿਹਾ ਸੀ। ਸਭ ਤੋਂ ਲੰਬੇ ਕੱਦ ਵਾਲੇ ਬੰਦੇ ਦੀ ਆਵਾਜ਼ ਪਛਾਣ ਮੇਰੇ ਅੰਦਰ ਬੈਠਾ ਵਰਿਆਮ ਸਿੰਘ ਡਲਿਆਂ ਦੀ ਢੇਰੀ ਚਿਣ ਲੱਗ ਪਿਆ ਹੈ। ਮੈਂ ਕੰਧ ਕੋਲ ਪਿਆ ਗੰਨੇ ਦਾ ਟੋਟਾ ਚੁੱਕ ਲਿਆ ਹੈ, ਨਿਸ਼ਾਨਾ ਸੇਧ ਹਥਿਆਰ ਚਲਾ ਦਿੱਤਾ ਹੈ। ਆਪਣਾ ਸਿਰ ਫੜੀ ਸਭ ਤੋਂ ਲੰਬੇ ਕੱਦ ਵਾਲਾ ਬੰਦਾ ਮੈਨੂੰ ਆ ਚਿੰਬੜਿਆ। ਖੜ ਜਾ, ਤੇਰੀ ਬੌਣੇ ਦੀ ਕਰਦਾ ਤੇਰਾ ਦਿਮਾਗ ਸੈੱਟ। ਨਾ ਬਹੁਤਾ ਹੀ ਦਿਮਾਗ ਖਰਾਬ ਹੈ ਤੇਰਾ। ਉਹ ਬੰਦਿਆਂ ਨਾਲ ਰਲ ਮੈਨੂੰ ਕੁੱਟਣ ਲੱਗ ਪਿਆ ਹੈ। ਉਹਦੇ ਹੱਥ ਵਿੱਚ ਗੰਨੇ ਦਾ ਟੋਟਾ ਹੈ। ਮੈਂ ਹੇਠਾਂ ਡਿੱਗਿਆ ਚੀਕਾਂ ਮਾਰ ਰਿਹਾ ਹਾਂ। ਮੈਂ ਸਕੂਲ ਕੋਲ ਡਿੱਗਿਆ ਪਿਆ ਆਪਣੀਆਂ ਸੱਟਾਂ 'ਤੇ ਫੂਕਾਂ ਮਾਰ ਰਿਹਾ ਹਾਂ। ਮੇਰੀ ਸੁਰਤੀ ਵਿੱਚ ਉਹ ਦਿਨ ਘੁੰਮ ਰਿਹਾ ਹੈ ਜਿਸ ਦਿਨ ਬਾਪੂ ਮੈਨੂੰ ਸਕੂਲ ਦਾਖਲ ਕਰਵਾਉਣ ਆਇਆ ਸੀ। ਉਸ ਦੇ ਜਾਣ ਤੋਂ ਬਾਅਦ ਸਾਰਾ ਸਕੂਲ ਮੈਨੂੰ ਗਿੱਠ ਮੁਠੀਆ ਕਹਿਣ ਲੱਗ ਪਿਆ ਸੀ। 2-3 ਦਿਨਾਂ ਵਿੱਚ ਉਹਨਾਂ ਨੇ ਮੈਨੂੰ ਇੰਨਾ ਬੌਣਾ ਕਰ ਦਿੱਤਾ ਕਿ ਚੌਥਾ ਦਿਨ ਆਖਰੀ ਹੋ ਨਿਬੜਿਆ ਸੀ। ਉਸ ਤੋਂ ਬਾਅਦ ਮੈਂ ਸਕੂਲ ਮੋੜ ਦੀ ਕਦੀ ਕੱਟਾ ਲੈ ਕੇ ਵੀ ਨਹੀਂ ਲੰਘਿਆ। ਕੁੱਤੇ ਵੀ ਕਹਿੰਦੇ ਕੱਟਿਆਂ ਵਰਗੇ ਸੀ। ਗੱਲਾਂ ਮਾਰਦੀ ਬੰਦਿਆਂ ਦੀ ਇੱਕ ਹੋਰ ਟੋਲੀ ਮੇਰੇ ਕੋਲ ਦੀ ਲੰਘੀ ਹੈ। ਉਹਨਾਂ ਦੀ ਕੁੱਤਿਆਂ ਵਾਲੀ ਗੱਲ ਸੁਣ ਕੰਨਾਂ ਕੋਲ ਬੰਟੀ ਦੀਆਂ ਚੀਕਾਂ ਦੀ ਆਵਾਜ਼ ਗੂੰਜਣ ਲੱਗ ਪਈ ਹੈ। ਮੈਂ ਉੱਠ ਕੇ ਕਾਹਲੇ ਕਦਮੀ ਉਹਨਾਂ ਦੇ ਘਰ ਵੱਲ ਨੂੰ ਤੁਰ ਪਿਆ ਹਾਂ। ਮੇਰੀ ਪੈੜ ਚਾਲ ਸੁਣ ਬੰਦਿਆਂ ਦੀ ਆਵਾਜ਼ ਆਈ ਹੈ, ਓਏ ਪਰੇ ਹੋ ਜੋ, ਲੰਬਾ ਦਲੀਪ ਆ ਰਿਹਾ। ਹੋਰ ਹੀ ਨਾ ਕਿਤੇ ਫੇਟ ਮਾਰ ਜੇ ਕੇ ਸਿੱਟ ਜੇ। ਮੈਂ ਉਹਨਾਂ ਦੀਆਂ ਲੱਤਾਂ ਕੋਲ ਦੀ ਹਵਾ ਵਾਂਗ ਗੁਜ਼ਰ ਗਿਆ ਹਾਂ। ਉਂਝ ਤਾਂ ਮੇਰਾ ਨਾਂ ਦਲੀਪ ਹੈ, ਪਰ ਸਾਰਾ ਪਿੰਡ ਮੈਨੂੰ ਲੰਬਾ ਦਲੀਪ ਆਖਦਾ ਹੈ। ਇਹ ਨਾਂ ਮੇਰੇ ਦਾਦੇ ਨੇ ਰੱਖਿਆ ਸੀ। ਉਹ ਬੜਾ ਸਿਆਣਾ ਬੰਦਾ ਸੀ। ਉਹਨੇ ਬਚਪਨ ਵਿੱਚ ਹੀ ਮੇਰੇ ਸਰੀਰ ਦੀਆਂ ਗਿੱਠਾਂ ਮਿਣ ਕੇ ਦੱਸ ਦਿੱਤਾ ਸੀ, ਭਾਈ ਇਹ ਮੁੰਡਾ ਤਾਂ ਬੌਣਾ, ਪਰ ਲੋਕ ਇਹਨੂੰ ਲੰਬਾ ਦਲੀਪ ਕਿਹਾ ਕਰਨਗੇ। ਉਹ ਭਵਿੱਖ ਦੀਆਂ ਜਾਣਦਾ ਸੀ। ਉਹਨੇ ਬਾਪੂ ਨੂੰ ਇਹ ਵੀ ਕਿਹਾ ਸੀ, ਦੇਖੀ ਮੁੰਡੇ ਨੂੰ ਬੇਗੋਵਾਲ ਦੀ ਦਵਾਈ ਨਾ ਖਵਾਈ, ਇਹਨੇ ਵਧਣਾ ਤਾਂ ਹੈ ਨਹੀਂ, ਇੱਕ ਤਾਂ ਊਂ ਬੌਣਾ, ਜੇ ਉੱਪਰੋਂ ਮੋਟਾ ਹੋ ਗਿਆ ਜਮਾਂ ਹੀ ਜੱਖਣਾ ਪੱਟੀ ਜਾਊ। ਪਰ ਬਾਪੂ ਨੇ ਉਹਦੀ ਗੱਲ ਨਹੀਂ ਸੀ ਮੰਨੀ। ਉਹ ਮੈਨੂੰ ਸਾਡੇ ਇਲਾਕੇ ਵਿੱਚ ਮਸ਼ਹੂਰ ਪਿੰਡ ਬੇਗੋਵਾਲ ਲੈ ਗਿਆ। ਉੱਥੇ ਦੇਸੀ ਹਕੀਮ ਤੋਂ ਲੰਬਾ ਹੋਣ ਦੀ ਦਵਾਈ ਦਿਵਾ ਗਿਆ। ਮੈਂ ਲੰਬਾ ਤਾਂ ਹੋਇਆ ਨਹੀਂ, ਪਰ ਮੋਟਾ ਬਹੁਤ ਹੋ ਗਿਆ ਹਾਂ। ਨੀ ਬੌਣਾ ਦੇਖ ਕਿਵੇਂ ਫੁੱਟਬਾਲ ਵਾਂਗ ਰੁੜ੍ਹਿਆ ਜਾਂਦਾ। ਮੇਰੀ ਤੇਜ਼ ਚਾਲ ਵੇਖ ਤੁਰੀਆਂ ਜਾਂਦੀਆਂ ਤੀਵੀਆਂ ਹੱਸਣ ਲੱਗ ਪਈਆਂ ਹਨ। ਉਹਨਾਂ ਨੂੰ ਬੰਟੀ ਦਾ ਮਰਨਾ ਭੁੱਲ ਗਿਆ ਹੈ। ਮੈਨੂੰ ਆਪਣੀਆਂ ਸੱਟਾਂ ਭੁੱਲ ਉਹਦੀ ਮੌਤ ਦਾ ਖੌਫ ਚਿੰਬੜ ਗਿਆ ਹੈ। ਮੈਂ ਆਪਣੀ ਸੁੱਕਦੀ ਜਾਂਦੀ ਜ਼ਬਾਨ ਨੂੰ ਤਰ ਕਰਨ ਲੱਗ ਪਿਆ ਹਾਂ। ਬੋਲੀਆਂ ਵਾਲੀ ਰਾਤ ਗੁਜ਼ਰ ਚੁੱਕੀ ਹੈ, ਪਰ ਉਸ ਦਾ ਦਰਦ ਬਾਕੀ ਹੈ। ਸੱਟਾਂ ਦਾ ਦਰਦ ਤਾਂ ਘੱਟ ਹੈ, ਕੋਈ ਮੇਰੀ ਖਬਰ ਲੈਣ ਨਹੀਂ ਆਇਆ। ਇਸ ਗੱਲ ਦਾ ਦਰਦ ਵੱਧ ਹੈ। ਕੁਝ ਦਰਦਾਂ ਦਾ ਕੋਈ ਇਲਾਜ ਨਹੀਂ ਹੁੰਦਾ। ਦਰਦ ਦਾ ਘੁੱਟ ਭਰ ਮੇਰੀ ਸੁਰਤੀ ਕੁੜੀਆਂ ਉੱਪਰ ਜਾ ਟਿਕੀ ਹੈ। ਮੈਂ ਉਹਨਾਂ ਦਾ ਕੀ ਵਿਗਾੜਿਆ ਸੀ। ਉਹ ਨੱਚਦੀਆਂ ਸਨ ਤਾਂ ਨੱਚੀ ਜਾਂਦੀਆਂ, ਮੈਨੂੰ ਕੀ ਇਤਰਾਜ਼ ਸੀ। ਪਰ ਉਹ ਨੱਚ ਘੱਟ ਟੱਪ ਵੱਧ ਰਹੀਆਂ ਸਨ। ਗੁਆਂਢ ਵਿੱਚ ਵਿਆਹ ਸੀ, ਉਹ ਉਹਨਾਂ ਦੇ ਘਰ ਨੱਚ ਰਹੀਆਂ ਸਨ। ਵੇ ਆ ਦੇਖ ਸੁਣ, ਕੁੜੀਆਂ ਤੇਰਾ ਨਾਂ ਲੈ ਕੇ ਬੋਲੀਆਂ ਪਾ ਰਹੀਆਂ ਨੇ। ਭਾਬੀ ਦੀ ਗੱਲ ਸੁਣ। ਮੈਂ ਜਦੋਂ ਧਿਆਨ ਨਾਲ ਸੁਣਿਆ, ਕੁੜੀਆਂ ਹਰ ਬੋਲੀ ਵਿੱਚ ਬੌਣਾ ਬੌਣਾ ਕਰ ਰਹੀਆਂ ਸਨ। 1 ਵਾਰ, 2 ਵਾਰ, 3 ਵਾਰ, ਚੌਥੀ ਵਾਰੀ ਬੋਲੀ ਸੁਣ ਮੇਰਾ ਦਿਮਾਗ ਘੁੰਮਣ ਲੱਗ ਪਿਆ। ਮੇਰੀਆਂ ਸੋਚਾਂ ਵਿੱਚ ਨਿੰਦੀ ਰੋਣ ਲੱਗ ਪਈ। ਜੋਕਰਾਂ ਦਾ ਰੋਂਦਾ ਝੁੰਡ ਦਿਸਣ ਲੱਗ ਪਿਆ। ਮੈਂ ਮੰਜਾ ਛੱਡ ਖੜਾ ਹੋ ਗਿਆ, ਅੰਦਰ ਸਟੋਰ ਵਿੱਚ ਚਲਿਆ ਗਿਆ, ਰੱਸੀਆਂ ਤੇ ਬਾਂਸ ਚੁੱਕ ਲਿਆਇਆ। ਮੇਰੀ ਹਰਕਤ ਵੇਖ ਭਰਾ ਹੱਸਣ ਲੱਗ ਪਿਆ। ਲਓ ਹੁਣ ਤੁਸੀਂ ਦੇਖੋਗੇ ਦੁਨੀਆ ਦਾ ਸਭ ਤੋਂ ਲੰਬਾ ਬੌਣਾ। ਮੈਂ ਉਸ ਵੱਲ ਕੋਈ ਧਿਆਨ ਨਾ ਦਿੱਤਾ, ਰੱਸੀਆਂ ਫੜ ਲੱਤਾਂ ਨਾਲ ਬਾਂਸ ਬੰਨ੍ਹਣ ਲੱਗ ਪਿਆ। ਜਿਸ ਵਕਤ ਖੜਾ ਹੋਇਆ ਭਰਾ ਮੇਰੇ ਵੱਲ ਉੱਪਰ ਨੂੰ ਵੇਖਣ ਲੱਗਿਆ। ਮੈਂ ਹੌਲੀ ਹੌਲੀ ਤੁਰਦਾ ਬੀਹੀ ਵਿੱਚ ਆ ਗਿਆ। ਬਾਂਸਾਂ ਦੀ ਠਕ ਠਕ ਹੋਣ ਲੱਗੀ। ਮੈਂ ਤੇਜ਼ ਤੁਰਨ ਲੱਗਿਆ। 4 ਡਿੰਗਾਂ ਵਿੱਚ ਹੀ ਵਿਆਹ ਵਾਲਾ ਘਰ ਆ ਗਿਆ। ਘਰ ਵਿੱਚ ਲੋਕਾਂ ਦਾ ਇਕੱਠ ਸੀ। ਮੈਂ ਇਕੱਠ ਦੇ ਪਿੱਛੇ ਜਾ ਖੜ ਗਿਆ। ਮੇਰੇ ਵੱਲ ਕਿਸੇ ਦਾ ਧਿਆਨ ਨਹੀਂ ਸੀ। ਸਭ ਦਾ ਧਿਆਨ ਨੱਚ ਰਹੀਆਂ ਕੁੜੀਆਂ ਦੇ ਲੱਕ ਵੱਲ ਸੀ। ਇੱਕ ਕੁੜੀ ਬੋਲੀ ਪਾ ਰਹੀ ਸੀ, ਬਈ ਬਾਰੀ ਬਰਸੀ ਖੱਟਣ ਗਿਆ ਸੀ, ਉਹ ਫਿਰ ਕੀ ਖੱਟ ਲਿਆਂਦਾ। ਦੂਜੀ ਕੁੜੀ ਨੇ ਹੱਥ ਲਾ ਕੇ ਪੁੱਛਿਆ, ਖੱਟ ਕੇ ਲਿਆਂਦਾ ਫੀਤਾ। ਪਹਿਲੀ ਕੁੜੀ ਦੀ ਬੋਲੀ ਨੂੰ ਅੱਗੇ ਤੋਰਦੀ ਹੋਈ ਦੂਜੀ ਕੁੜੀ ਫਿਰ ਬੋਲੀ, ਅੱਛਾ ਫਿਰ ਕੀ ਕੀਤਾ। ਨਿਮਾਹੀ ਮੇਰਾ ਨਿੱਕਾ ਜਿਹਾ ਸੀ, ਖਿੱਚ ਕੇ ਬਰਾਬਰ ਕੀਤਾ। ਨਿਮਾਹੀ ਮੇਰਾ ਨਿੱਕਾ ਜਿਹਾ।
ਮੈਂ ਅਜੇ ਬੌਣਾ ਬਣ ਨੱਚਦੀ ਕੁੜੀ ਉੱਪਰ ਖਿੱਝ ਰਿਹਾ ਸੀ। ਇੱਕ ਹੋਰ ਕੁੜੀ ਨੇ ਨਵੀਂ ਬੋਲੀ ਛੋਹ ਲਈ। ਬਈ ਬਾਰੀ ਬਰਸੀ ਖੱਟਣ ਗਿਆ ਸੀ ਔਰ ਫਿਰ ਖੱਟ ਲਿਆਂਦਾ। ਲੱਕ ਦੋਹਰਾ ਕਰ 2-3 ਆਵਾਜ਼ਾਂ ਆਈਆਂ। ਖੱਟ ਕੇ ਲਿਆਂਦੇ ਦਾਣੇ। ਪਹਿਲੀ ਕੁੜੀ ਦੀ ਬੋਲੀ ਸੁਣ ਆਵਾਜ਼ਾਂ ਤੇਜ਼ ਹੋ ਗਈਆਂ। ਅੱਛਾ ਫਿਰ ਕੀ ਕੀਤਾ? ਨੀ 1 ਪੰਜੀ 2-2 ਵਿਕਦੇ। ਮੰਡੀ ਬੌਣਿਆਂ ਦੀ ਲੱਗੀ ਲੁਧਿਆਣੇ। ਨੀ 1 ਪੰਜੀ 2-2 ਵਿਕਦੇ। ਕੁੜੀ ਦੀ ਗੱਲ ਸੁਣ ਮੇਰਾ ਦਿਮਾਗ ਘੁੰਮ ਗਿਆ। ਮੈਂ ਹਵਾ ਵਿੱਚ ਬਾਹਾਂ ਉਲਾਰ ਉੱਪਰੋਂ ਹੀ ਬੋਲੀ ਛੱਡੀ। ਮੈਂ ਹੱਸਣ ਲੱਗਿਆ ਪਿੰਡ ਹਸਾਵਾਂ, ਨੱਚਣ ਲੱਗਿਆ ਬਹੁਤ ਨਚਾਵਾਂ, ਮੂਤਣ ਲੱਗਿਆ ਨਹਿਰ ਚਲਾਵਾਂ। ਅਜੇ ਵੀ ਕਹਿੰਦੀ ਆਂ ਬੌਣਾ ਨੀ ਕੁੜੀਓ ਮੈਂ ਬੌਣਾ। ਆਹ ਨਹੀਂ ਕਹਿੰਦੀ, ਉਹ ਨਹੀਂ ਕਹਿੰਦੀ, ਉਹੀਓ ਕਹਿੰਦੀ ਬੌਣਾ ਨੀ ਕੁੜੀਓ ਮੈਂ ਬੌਣਾ। ਕੁੜੀਆਂ ਵੱਲ ਹੱਥ ਕਰ ਮੈਂ ਤਾੜੀਆਂ ਮਾਰ ਬੋਲੀਆਂ ਪਾਉਣ ਲੱਗਿਆ। ਜਿਸ ਵਕਤ ਸਾਰਾ ਭੰਡਾਰ ਮੇਰੇ ਵੱਲ ਵੇਖ ਰਿਹਾ ਸੀ, ਗੇਟ ਕੋਲ ਖੜ੍ਹੇ ਮੁੰਡਿਆਂ ਦੇ ਦਿਲ ਵਿੱਚ ਅੱਗ ਸੁਲਗਣ ਲੱਗੀ। ਉਹ ਹੱਥਾਂ ਨੂੰ ਥੁੱਕ ਲਾਉਣ ਲੱਗੇ। ਕਿਸੇ ਨੇ ਮੈਨੂੰ ਦੋਵਾਂ ਹੱਥਾਂ ਨਾਲ ਧੱਕਾ ਮਾਰਿਆ। ਨਾ ਸਾਥੋਂ ਲੰਬਾ ਹੋ ਕੇ ਕੁੜੀਆਂ ਦਾ ਲੱਕ ਮਿਣਦਾ ਬੌਣਾ ਸਾਲਾ। ਮੈਂ ਲੱਤਾਂ ਨਾਲ ਬੰਨ੍ਹੇ ਬਾਂਸਾਂ ਸਮੇਤ ਬੀਹੀ ਵਿੱਚ ਪਿੱਠ ਭਾਰ ਡਿੱਗ ਪਿਆ। ਆਹ ਕੀ ਹੋ ਗਿਆ? ਕੌਣ ਡਿੱਗ ਪਿਆ? ਇਕੱਠ ਵਿੱਚ ਰੌਲਾ ਪੈਣ ਲੱਗ ਪਿਆ। ਰੌਲਾ ਸੁਣ ਕਈ ਸਿਆਣੇ ਬੰਦਿਆਂ ਨੇ ਸਿਆਣਪ ਵਰਤੀ। ਉਹਨਾਂ ਬਾਂਸਾਂ ਨਾਲੋਂ ਰੱਸੀਆਂ ਖੋਲ੍ਹ ਦਿੱਤੀਆਂ। ਮੈਨੂੰ ਖੜ੍ਹਾ ਕਰ ਦਿੱਤਾ। ਮੈਂ ਬਾਂਸ 'ਤੇ ਰੱਸੀਆਂ ਚੁੱਕ ਰੋਂਦਾ ਹੋਇਆ ਘਰ ਵੱਲ ਨੂੰ ਤੁਰ ਪਿਆ। ਹਨੇਰੀ ਬੀਹੀ ਵਿਚਲੀਆਂ ਆਵਾਜ਼ਾਂ ਮੇਰਾ ਪਿੱਛਾ ਕਰ ਰਹੀਆਂ ਸਨ। ਅਸੀਂ ਤਾਂ ਕੋਈ ਖੱਬੀ ਖਾਣ ਨਹੀਂ ਖੰਘਣ ਦਿੱਤਾ। ਸਾਲਾ ਸਾਥੋਂ ਮੂਰ ਦੀ ਆਸ਼ਕੀ ਕਰਦਾ ਸੀ। ਮੁੰਡਿਆਂ ਦੀਆਂ ਆਵਾਜ਼ਾਂ ਅਜੇ ਵੀ ਮੇਰੀ ਪਿੱਠ ਵਿੱਚ ਚੁੱਭ ਰਹੀਆਂ ਸਨ। ਮੇਰਾ ਧਿਆਨ ਬੀਹੀ ਵਿੱਚੋਂ ਆ ਰਹੀਆਂ ਆਵਾਜ਼ਾਂ ਵੱਲ ਹੈ। ਗੱਲਾਂ ਕਰਦੇ 2 ਬੰਦੇ ਅੱਗੇ ਲੰਘ ਗਏ ਹਨ। ਇੱਕ ਬੰਦਾ ਅੰਦਰ ਨੂੰ ਆ ਰਿਹਾ ਹੈ। ਉਸ ਦੀ ਪੈੜ ਚਾਲ ਸੁਣ ਮੇਰਾ ਦਰਦ ਘਟ ਗਿਆ ਹੈ। ਅੱਖ ਦਰਵਾਜ਼ੇ ਉੱਪਰ ਜਾ ਟਿਕੀ ਹੈ। ਦਰਵਾਜ਼ਾ ਖੁੱਲ੍ਹਿਆ ਹੈ। ਮੇਲੀ ਤਾਇਆ, ਉਹ ਪਿੰਡ ਦਾ ਸਭ ਤੋਂ ਸਿਆਣਾ ਬੰਦਾ ਹੈ। ਮੈਂ ਉਹਦੇ ਮੂੰਹ ਵੱਲ ਵੇਖਣ ਲੱਗ ਪਿਆ ਹਾਂ। ਮੈਨੂੰ ਸਿਰ ਤੋਂ ਪੈਰਾਂ ਤੱਕ ਵੇਖ ਉਹਦੀ ਚਿੱਟੀ ਦਾੜ੍ਹੀ ਬੋਲੀ ਹੈ। ਹਾਂ ਬਈ ਮੱਲਾ, ਕੀ ਹਾਲ ਹੈ? ਹੁਣ ਤਾਂ ਨਹੀਂ ਦਰਦ ਹੁੰਦਾ? ਦਰਦ ਤਾਂ ਹੁੰਦਾ ਤਾਇਆ ਜਦੋਂ ਹੱਸਦਾ ਹਾਂ। ਦੰਦਾਂ ਵਿੱਚ ਜੀਭ ਲੈ ਮੈਂ ਮਸਾਂ ਬੋਲਿਆ ਹਾਂ। ਫਿਰ ਨਾ ਹੱਸਿਆ ਕਰ। ਮੇਰੀ ਗੱਲ ਸੁਣ। ਉਹ ਉੱਚੀ ਹੱਸਣ ਲੱਗ ਪਿਆ ਹੈ। ਉਹਦਾ ਹਾਸਾ ਸੁਣ ਮੈਂ ਰੋਣ ਲੱਗ ਪਿਆ ਹਾਂ। ਮੇਰਾ ਦਿਲ ਕਰਦਾ ਹੈ ਉਹਨਾਂ ਦੀ ਖ਼ਬਰ ਲੈ ਕੇ ਆਵਾਂ, ਉਹਨਾਂ ਦਾ ਹਾਲ ਚਾਲ ਪੁੱਛਣ ਜਾਵਾਂ। ਪਰ ਕਿੰਜ ਜਾਵਾਂ? ਸਾਈਕਲ ਮੋਟਰਸਾਈਕਲ ਚਲਾ ਨਹੀਂ ਸਕਦਾ। ਬੱਸ ਵਿੱਚ ਚੜ੍ਹ ਨਹੀਂ ਸਕਦਾ। 2-4 ਵਾਰੀ ਰਿਸ਼ਤੇਦਾਰੀਆਂ ਵਿੱਚ ਗਿਆ ਸੀ। ਜਦੋਂ ਬੱਸ ਆਈ ਮੈਂ ਡਰ ਗਿਆ। ਪੈਰਾਂ ਵਿੱਚੋਂ ਜਾਨ ਨਿਕਲ ਗਈ। ਬੱਸ ਦੀਆਂ 4 ਪੌੜੀਆਂ ਨਾ ਚੜ੍ਹ ਸਕਿਆ। ਬਾਪੂ ਨੇ ਮੈਨੂੰ ਗੋਦੀ ਚੁੱਕ ਕੇ ਚੜ੍ਹਾਇਆ। ਸਵਾਰੀਆਂ ਹੱਸ ਰਹੀਆਂ ਸਨ। ਜਦੋਂ ਵੀ ਕਿਤੇ ਜਾਣ ਦੀ ਗੱਲ ਆਉਂਦੀ ਹੈ ਮੈਨੂੰ ਹੱਸਦੀਆਂ ਸਵਾਰੀਆਂ ਦਿਸਣ ਲੱਗ ਪੈਂਦੀਆਂ ਹਨ। ਪਰ ਮੈਂ ਸੱਚਮੁੱਚ ਜਾਣਾ ਚਾਹੁੰਦਾ ਹਾਂ। ਉਹਨਾਂ ਨੂੰ ਵੇਖਣਾ ਚਾਹੁੰਦਾ ਹਾਂ। ਉਹਨਾਂ ਦੇ ਪਿੰਡ ਤਾਂ ਖਾਸੀ ਦੂਰ ਹਨ, ਪਰ ਉਹ ਮੇਰੇ ਦਿਲ ਦੇ ਬਹੁਤ ਨਜ਼ਦੀਕ ਹਨ। ਇੱਕ ਦਾ ਨਾਂ ਨਿੰਦੀ ਹੈ, ਇੱਕ ਦਾ ਨਾਂ ਜੋਕਰ ਹੈ। ਦੋਵਾਂ ਨਾਲ ਬਹੁਤ ਮਾੜੀ ਹੋਈ ਹੈ। ਮੇਰੇ ਨਾਲ ਉਹਨਾਂ ਤੋਂ ਵੀ ਮਾੜੀ ਹੋ ਸਕਦੀ ਹੈ। ਲੈ ਤੇਰੇ ਨਾਲ ਮਾੜੀ ਕੀ ਹੋ ਸਕਦੀ ਹੈ? ਤੂੰ ਘਰੋਂ ਬਾਹਰ ਤਾਂ ਨਿਕਲਦਾ ਨਹੀਂ। ਮੈਂ ਆਪ ਹੀ ਸਵਾਲ ਕਰ ਆਪ ਹੀ ਜਵਾਬ ਦਿੰਦਾ ਹਾਂ। ਮੈਨੂੰ ਬੇਸ਼ਰਮ ਲੋਕਾਂ ਤੋਂ ਸ਼ਰਮ ਆਉਂਦੀ ਹੈ। ਘਰ ਵਿੱਚ ਹੀ ਬੈਠਾ ਰਹਿੰਦਾ ਹਾਂ। ਜਿਸ ਵਕਤ ਕੋਈ ਅਣਹੋਣੀ ਵਾਪਰਦੀ ਹੈ ਮੈਂ ਬਾਹਰ ਨਿਕਲ ਸੜਕ ਕਿਨਾਰੇ ਜਾ ਖੜ੍ਹਦਾ ਹਾਂ। ਸਾਡੇ ਘਰ ਮੂਹਰ ਦੀ ਲੰਘਦੀ ਸੜਕ ਬਹੁਤ ਚੱਲਦੀ ਹੈ। ਹਵਾ ਵਾਂਗ ਵਗਦੀ ਆਵਾਜਾਈ ਵੇਖ ਅਣਹੋਣੀ ਵਾਪਰਨ ਦਾ ਡਰ ਚਿੰਬੜ ਜਾਂਦਾ ਹੈ। ਮੈਂ ਅੰਦਰ ਨੂੰ ਤੁਰ ਪੈਂਦਾ ਹਾਂ। ਉਂਝ ਤਾਂ ਘਰ ਵਿੱਚ ਚੁੱਪਚਾਪ ਬੈਠਾ ਰਹਿੰਦਾ ਹਾਂ। ਜਿਸ ਵਕਤ ਟੀਵੀ ਚੱਲਦਾ ਹੈ ਮੈਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਮੈਂ ਉੱਚੀ ਰੌਲਾ ਪਾਉਣ ਲੱਗ ਪੈਂਦਾ। ਬੱਲੇ ਬੱਲੇ, ਆਹ ਦੇਖ ਗੋਲੀ ਮਾਰੀ, ਆਹ ਦੇਖ ਕੁੜੀ ਕਿਵੇਂ ਨੱਚਦੀ, ਆਹ ਕਾਰ ਦੇਖੀ, ਆਹ ਚੱਕ ਪਹਾੜ ਤੋਂ ਛਾਲ ਮਾਰੀ, ਦੇਖੋ ਤਾਂ ਸਹੀ ਕਿੰਨੀ ਸੋਹਣੀ ਦੁਨੀਆ ਫਿਰਦੀ ਹੈ, ਬੱਲੇ ਬੱਲੇ। ਚੁੱਪ ਕਰ ਯਾਰ, ਕਿਉਂ ਰੌਲਾ ਪਾਉਂਦਾ? ਘਰਦਿਆਂ ਦੀ ਆਵਾਜ਼ ਮੈਨੂੰ ਚੁੱਪ ਕਰਵਾ ਦਿੰਦੀ ਹੈ। ਮੈਂ ਉਹਨਾਂ ਦੀਆਂ ਮਿੰਨਤਾਂ ਕਰਦਾ, ਬਸ ਮਾੜਾ ਜਿਹਾ ਬੋਲ ਲੈਣ ਦਿਓ, ਬਸ ਹੁਣ ਨਹੀਂ ਬੋਲਣਾ, ਚੁੱਪ ਕਰ। ਪਰ ਘਰ ਦੇ ਮੇਰੇ ਨਾਲ ਬਹੁਤ ਮਾੜੀ ਕਰਦੇ ਹਨ। ਉਹਨਾਂ ਦੀ ਮਾੜੀ ਨੀਤ ਵੇਖ ਮੈਂ ਲੋਕਾਂ ਤੇ ਘਰਦਿਆਂ ਵਿਚਲਾ ਫਰਕ ਲੱਭਣ ਲੱਗ ਪੈਂਦਾ ਹਾਂ। ਜਿਨ੍ਹਾਂ ਲੋਕਾਂ ਨੇ ਨਿੰਦੀ ਤੇ ਜੋਕਰ ਨਾਲ ਮਾੜੀ ਕੀਤੀ ਹੈ ਉਹ ਉਹਨਾਂ ਦੇ ਪਿੰਡਾਂ ਵਿੱਚ ਹੀ ਨਹੀਂ ਰਹਿੰਦੇ, ਉਹ ਸਾਡੇ ਪਿੰਡ ਵੀ ਰਹਿੰਦੇ ਹਨ। ਇੱਕ ਵਾਰੀ ਸਾਡੇ ਪਿੰਡ ਦੇ ਲੋਕਾਂ ਨੇ ਮੇਰੇ ਨਾਲ ਇੰਨੀ ਮਾੜੀ ਕੀਤੀ ਕਿ ਉਸ ਦਾ ਨਿਸ਼ਾਨ ਅਜੇ ਵੀ ਬਾਕੀ ਹੈ। ਮੈਂ ਜਦੋਂ ਵੀ ਆਪਣਾ ਸੜਿਆ ਹੋਇਆ ਚਿਹਰਾ ਵੇਖਦਾ ਹਾਂ ਮੈਨੂੰ ਉਹ ਘਟਨਾ ਯਾਦ ਆ ਜਾਂਦੀ ਹੈ। ਉਹ ਘਟਨਾ ਨਹੀਂ, ਦੁਰਘਟਨਾ ਸੀ। ਦਾਸੀ ਦੀ ਕੁੜੀ ਸਹੁਰਿਆਂ ਨੇ ਦਾਜ ਪਿੱਛੇ ਅੱਗ ਲਾ ਕੇ ਸੜ ਦਿੱਤੀ।
ਪਿੰਡ ਵਿੱਚ ਚਰਚਾ ਸੀ। ਜਿਸ ਵਕਤ ਕੁੜੀ ਦੀ ਲਾਸ਼ ਪਿੰਡ ਆਈ, ਮੇਰੇ ਅੰਦਰ ਕੁਝ ਸੜਨ ਲੱਗ ਪਿਆ। ਮੈਂ ਸੰਸਕਾਰ ਕਰਵਾਉਣ ਜਾ ਰਹੀ ਭੀੜ ਮਗਰ ਤੁਰਦਾ ਸ਼ਮਸ਼ਾਨ ਘਾਟ ਵਿੱਚ ਜਾ ਪਹੁੰਚਿਆ। ਬੜੀ ਮਾੜੀ ਕੀਤੀ, ਕੁੜੀ ਚਿੜੀ ਐਂ ਨਹੀਂ ਸੀ ਮਾਰਨੀ ਚਾਹੀਦੀ। ਲੋਕ ਗੱਲਾਂ ਕਰ ਰਹੇ ਸਨ। ਕੋਈ ਕਹਿ ਰਿਹਾ ਸੀ, ਨਹੀਂ ਯਾਰ, ਸਹੁਰਿਆਂ ਨੇ ਮਾਰਤੀ। ਜੇ ਮਾਰੀ ਹੁੰਦੀ ਫਿਰ ਉਹ ਸੰਸਕਾਰ 'ਤੇ ਥੋੜ੍ਹੀ ਆਉਂਦੇ। ਜੇ ਨਾ ਮਾਰੀ ਹੁੰਦੀ ਫਿਰ ਲਾਸ਼ ਇੱਥੇ ਕਿਉਂ ਆਉਂਦੀ? ਉਹੀ ਉੱਥੇ ਸੰਸਕਾਰ ਨਾ ਕਰਦੇ। ਕੁਝ ਲੋਕਾਂ ਨੂੰ ਸ਼ੱਕ ਸੀ, ਪਰ ਕੋਈ ਉੱਚੀ ਨਹੀਂ ਸੀ ਬੋਲ ਰਿਹਾ। ਲੋਕਾਂ ਦੀ ਦੱਬੀ ਹੋਈ ਸੁਰ ਵੇਖ ਮੇਰੇ ਅੰਦਰ ਬੈਠਾ ਬੰਦਾ ਉੱਚੀ ਉੱਚੀ ਬੋਲ ਰਿਹਾ ਸੀ, ਐਨਿਆਂ 'ਚ ਕੋਈ ਵੀ ਸੂਰਮਾ ਨਹੀਂ। ਉਸ ਦੀ ਆਵਾਜ਼ ਸੁਣ ਮੇਰੀ ਨਜ਼ਰ ਚਿਖਾ ਨੂੰ ਦਿੱਤੀ ਜਾ ਰਹੀ ਅੱਗ ਉੱਪਰ ਜਾ ਟਿਕੀ। ਮੈਂ ਪਹਿਲਾਂ ਦਾਸੀ ਵੱਲ ਵੇਖਿਆ, ਫਿਰ ਕੁੜੀ ਦੇ ਘਰ ਵਾਲੇ ਵੱਲ ਝਾਕਿਆ। ਉਸ ਦੀਆਂ ਅੱਖਾਂ ਵਿੱਚ ਨਫ਼ਰਤ ਸੀ। ਉਹ ਆਪਣਾ ਹਾਸਾ ਰੋਕੀ ਚਿਖਾ ਦੀ ਅੱਗ ਵੱਲ ਵੇਖ ਰਿਹਾ ਸੀ। ਉਸ ਵੱਲ ਵੇਖ ਮੈਨੂੰ ਖੜ੍ਹਨਾ ਔਖਾ ਹੋ ਗਿਆ। ਮੈਂ ਭੱਜ ਕੇ ਚਿਖਾ 'ਚੋਂ ਇੱਕ ਜਲਦੀ ਹੋਈ ਲੱਕੜ ਚੁੱਕ ਲਈ। ਦੇਖ ਪਿੰਡਾ, ਮੈਂ ਦੋ ਗੱਲਾਂ ਕਹਿਣੀਆਂ ਨੇ। ਇੱਕ ਤਾਂ ਇਹ ਕੁੜੀ ਦਾਜ ਪਿੱਛੇ ਨਹੀਂ ਮਾਰੀ, ਉਹਦਾ ਕੱਦ ਛੋਟਾ ਸੀ ਤਾਂ ਮਾਰੀ ਐ। ਦੂਜੀ ਗੱਲ ਇਹ, ਜਿਹੜਾ ਕਿਸੇ ਦੀ ਧੀ ਨੂੰ ਸਾੜਦਾ ਉਹਦੇ ਪੁੱਤ ਨੂੰ ਸਾੜ ਦਿਓ। ਮੈਂ ਜਲਦੀ ਹੋਈ ਲੱਕੜ ਚੁੱਕੀ। ਜਿਉਂ ਹੀ ਕੁੜੀ ਦੇ ਘਰ ਵਾਲੇ ਵੱਲ ਨੂੰ ਭੱਜਿਆ, ਲੋਕਾਂ ਨੇ ਮੈਨੂੰ ਫੜ ਲਿਆ। ਖੜ੍ਹ ਜਾ, ਤੇਰੀ ਬੌਣੇ ਦੀ ਮਜ਼ਾਕ ਦੀ ਵੀ ਸਾਲੀ ਹੱਦ ਹੁੰਦੀ ਐ। ਡਰੀ ਹੋਈ ਭੀੜ ਨੇ ਜਲਦੀ ਹੋਈ ਲੱਕੜ ਖੋਹ ਮੇਰਾ ਚਿਹਰਾ ਸਾੜ ਦਿੱਤਾ ਸੀ। ਉਸ ਦਿਨ ਦਾ ਸੜਿਆ ਹੀ ਮੈਂ ਘਰ ਅੰਦਰ ਬੈਠਾ ਹਾਂ, ਪਰ ਇਹ ਬੈਠਣ ਦਾ ਸਮਾਂ ਨਹੀਂ, ਕੁਝ ਕਹਿਣ ਦਾ, ਕੁਝ ਕਰਨ ਦਾ ਵਕਤ ਹੈ। ਮੈਂ ਆਪਣੀ ਸੁੱਕਦੀ ਜਾਂਦੀ ਜ਼ੁਬਾਨ ਨੂੰ ਤਰ ਕਰਨ ਲੱਗ ਪਿਆ। ਸੱਚ ਸੁਣਾਈ ਸੀ, ਸੱਚ ਕੀ ਵੇਲਾ। ਮੇਰੀ ਸੁਰਤੀ ਮਨ ਮੰਦਰ ਦੀਆਂ ਪੌੜੀਆਂ ਚੜ੍ਹ ਰਹੀ ਹੈ। ਮੈਂ ਬੰਟੀ ਦੇ ਘਰ ਅੱਗੇ ਖੜ੍ਹਾ ਹਾਂ। ਲੋਕ ਅੰਦਰ ਵਿਛੀਆਂ ਦਰੀਆਂ ਉੱਪਰ ਬੈਠੇ ਹਨ। ਬਾਹਰ ਦਰਾਂ ਵਿੱਚ ਜੁੱਤੀਆਂ ਖੋਲ੍ਹੀਆਂ ਪਈਆਂ ਹਨ। ਵੱਡੀਆਂ ਵੱਡੀਆਂ ਜੁੱਤੀਆਂ ਵੱਲ ਵੇਖ ਮੈਂ ਆਪਣੇ ਪੈਰਾਂ ਵੱਲ ਨਜ਼ਰ ਮਾਰੀ ਹੈ। ਮੇਰੀ ਜੁੱਤੀ ਛੋਟੀ ਜਿਹੀ ਹੈ। ਤੇਰਾ ਤਾਂ ਕੁੜਤਾ ਪਜਾਮਾ ਵੀ ਛੋਟਾ ਜਿਹਾ, ਐਡਾ ਕੁ ਤਾਂ ਆਮ ਬੰਦੇ ਦਾ ਕੱਛਾ ਹੁੰਦਾ। ਦਰਜੀ ਦੀ ਗੱਲ ਉੱਪਰ ਕਾਠੀ ਮਾਰ ਮੈਂ ਆਪਣੀ ਜੁੱਤੀ ਲਾਹੀ ਹੈ। ਕੁਝ ਕਦਮ ਤੁਰਿਆ ਹਾਂ, ਦਿਮਾਗ ਵਿੱਚ ਬਿਜਲੀ ਲਿਸ਼ਕੀ ਹੈ। ਫਿਰ ਵਾਪਸ ਮੁੜ ਪਿਆ ਹਾਂ। ਜੁੱਤੀਆਂ ਕੋਲ ਰੁਕਿਆ ਹਾਂ। ਇੱਕ ਜੁੱਤੀ ਕੁੜਤੇ ਹੇਠਾਂ ਲੁਕੋ ਅੰਦਰ ਨੂੰ ਤੁਰ ਪਿਆ ਹਾਂ। ਅੰਦਰ ਅਰਥੀ ਉੱਪਰ ਬੰਟੀ ਦੀ ਲਾਸ਼ ਪਈ ਹੈ। ਉਸ ਉੱਪਰ ਚਿੱਟੀ ਚਾਦਰ ਹੈ। ਮੈਂ ਲਾਸ਼ ਦੇ ਨਜ਼ਦੀਕ ਹੀ ਬੈਠ ਗਿਆ ਹਾਂ। ਦਰੀਆਂ ਉੱਪਰ ਬੈਠੀ ਲੋਕਾਂ ਦੀ ਭੀੜ ਗੱਲਾਂ ਕਰ ਰਹੀ ਹੈ। ਕੋਈ ਕਹਿ ਰਿਹਾ ਹੈ, ਅੱਜ ਅਖ਼ਬਾਰ 'ਚ ਆਇਆ, ਦੋ ਕਿਸਾਨਾਂ ਨੇ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਈ। ਆਹ ਟੀਵੀ 'ਤੇ ਇੱਕ ਖ਼ਬਰ ਚੱਲਦੀ ਸੀ, ਕਹਿੰਦੇ ਅਣਖ ਖਾਤਰ ਪ੍ਰੇਮੀ ਪ੍ਰੇਮਿਕਾ ਨੂੰ ਗੋਲੀ ਮਾਰ ਦਿੱਤਾ। ਨਵੀਂ ਖ਼ਬਰ ਸੁਣੀ, ਕੋਈ ਉਸ ਤੋਂ ਵੀ ਨਵੀਂ ਖ਼ਬਰ ਸੁਣਾ ਰਿਹਾ ਹੈ। ਕਹਿੰਦੇ ਇੱਕ ਬੰਦਾ 10 ਸਾਲ ਤੋਂ ਇਹ ਸਿੱਧ ਕਰਨ ਲੱਗਿਆ ਹੋਇਆ ਹੈ ਕਿ ਮੈਂ ਜਿਉਂਦਾ ਹਾਂ, ਪਰ ਸਰਕਾਰੀ ਰਿਕਾਰਡ ਵਿੱਚ ਉਹ ਬੰਦਾ ਮਰ ਚੁੱਕਿਆ। ਕੋਈ ਬੰਟੀ ਦੀ ਗੱਲ ਕਿਉਂ ਨਹੀਂ ਕਰ ਰਿਹਾ? ਮੈਨੂੰ ਲੋਕਾਂ ਦੀਆਂ ਗੱਲਾਂ ਉੱਪਰ ਖਿਝ ਆ ਰਹੀ ਹੈ। ਮੈਂ ਸਿਸਤ ਬੰਨ੍ਹੀ ਬੰਟੀ ਦੀ ਲਾਸ਼ ਵੱਲ ਵੇਖ ਰਿਹਾ ਹਾਂ। ਉਸ ਦੀ ਲਾਸ਼ ਸਭ ਦੇ ਵਿਚਕਾਰ ਪਈ ਹੈ। ਸਭ ਨੂੰ ਪਤਾ ਹੈ ਉਹ ਕੁੱਤੇ ਤੋਂ ਵੀ ਭੈੜੀ ਮੌਤ ਮਰਿਆ ਹੈ। ਜਿਸ ਦਿਨ ਬੰਟੀ ਮਰਿਆ, ਮੈਂ ਉਸ ਦਿਨ ਮੋਬਾਈਲ 'ਤੇ ਬੌਣੀ ਵਾਲੀ ਫਿਲਮ ਵੇਖ ਰਿਹਾ ਸੀ। ਬੇਸ਼ਰਮ ਜਿਹੀ ਗੱਲ ਸੁਣ ਮੇਰੀ ਰੂਹ ਕੰਬ ਉੱਠੀ ਹੈ। ਸੱਥ ਉੱਪਰ ਬੈਠੀ ਭੀੜ ਬੌਣੀਆਂ ਗੱਲਾਂ ਕਰ ਰਹੀ ਹੈ। ਮੈਂ ਆਪਣੀ ਸੁਰਤੀ ਬੰਟੀ ਦੀ ਮੌਤ ਦੇ ਪਲਾਂ ਉੱਪਰ ਟਿਕਾ ਦਿੱਤੀ ਹੈ। ਉਹ ਬੀਹੀ ਵਿੱਚ ਤੁਰਿਆ ਆ ਰਿਹਾ ਹੈ। ਉਹਦੇ ਪਿੱਛੇ ਕੁੱਤਿਆਂ ਦੀ ਡਾਰ ਤੁਰੀ ਆ ਰਹੀ ਹੈ। ਉਹ ਡਰਿਆ ਹੋਇਆ ਹੈ। ਕੁੱਤੇ ਬੱਦਲਾਂ ਵਾਂਗ ਘੋਰ ਰਹੇ ਹਨ। ਉਹਨਾਂ ਦੀ ਅੱਖਾਂ ਵਿੱਚ ਖੁੰਖਾਰ ਲਿਸ਼ਕ ਹੈ। ਉਹ ਲਾਲਾਂ ਸਿੱਟਦੇ ਤੁਰੇ ਆ ਰਹੇ ਹਨ। ਕੁੱਤਿਆਂ ਵਾਲੇ ਸਰਦਾਰ ਦੀ ਕੋਠੀ ਕੋਲ ਜਾ ਕੇ ਬੰਟੀ ਨੇ ਚੀਕ ਮਾਰੀ ਹੈ। ਉਹਦੇ ਪਿੱਛੇ ਤੁਰੇ ਆ ਰਹੇ ਕੁੱਤੇ ਭੌਂਕਣ ਲੱਗ ਪਏ ਹਨ। ਸਰਦਾਰਾਂ ਦੀ ਕੋਠੀ ਦਾ ਗੇਟ ਖੁੱਲ੍ਹਿਆ ਹੈ। ਉਸ ਵਿੱਚੋਂ ਕੱਟਿਆਂ ਵਰਗੇ ਕੁੱਤੇ ਨਿਕਲ ਬਾਹਰਲੇ ਕੁੱਤਿਆਂ ਵੱਲ ਨੂੰ ਭੱਜੇ ਹਨ। ਦੂਰ ਖੜ੍ਹੀ ਲੋਕਾਂ ਦੀ ਭੀੜ ਤਮਾਸ਼ਾ ਵੇਖ ਰਹੀ। ਬਚਾਓ ਬਚਾਓ, ਕੁੱਤਿਆਂ ਵਿੱਚ ਘਿਰਿਆ ਬੰਟੀ ਰੋਣ ਲੱਗ ਪਿਆ ਹੈ। ਕੁੱਤਿਆਂ ਵਿੱਚ ਝਪਟ ਪੈ ਗਈ ਹੈ। ਉਹ ਚੀਕਾਂ ਮਾਰਦਾ ਭੱਜ ਲਿਆ ਹੈ। ਕੁੱਤੇ ਉਹਦੇ ਪਿੱਛੇ ਭੱਜ ਲਏ ਹਨ। ਉਹ ਡਿੱਗ ਪਿਆ ਹੈ। ਕੁੱਤੇ ਉੱਪਰ ਆ ਚੜ੍ਹੇ ਹਨ। ਉਹ ਚੀਕਾਂ ਮਾਰ ਰਿਹਾ ਹੈ, ਬਚਾਓ ਬਚਾਓ। ਉਸ ਦੀਆਂ ਚੀਕਾਂ ਸੁਣ ਦੂਰ ਖੜ੍ਹੀ ਭੀੜ ਵਿੱਚ ਹਲਚਲ ਹੋਈ ਹੈ। ਇੱਕ ਬੰਦਾ ਨਜ਼ਦੀਕ ਆਇਆ ਹੈ। ਉਹਦੇ ਹੱਥ ਵਿੱਚ ਮੋਬਾਈਲ ਹੈ। ਇੱਕ ਮਿੰਟ, ਉਹ ਬੰਟੀ ਨੂੰ ਬਚਾਉਣ ਦੀ ਥਾਂ ਉਹਦੇ ਮੌਤ ਦੇ ਪਲਾਂ ਦੀ ਫਿਲਮ ਬਣਾਉਣ ਲੱਗ ਪਿਆ ਹੈ। ਹੱਥ ਵਿੱਚ ਮੋਬਾਈਲ ਫੜੀ ਉਹ ਘੁੰਮ ਰਿਹਾ ਹੈ। ਕੁੱਤੇ ਬੰਟੀ ਨੂੰ ਖਾ ਰਹੇ ਹਨ। ਉਹ
ਮਰ ਰਿਹਾ ਹੈ। ਉਹ ਮਰ ਰਿਹਾ ਹੈ। ਸੁੰਨੀ ਬੀਹੀ ਵਿੱਚ ਉਹਦੀ ਲਾਸ਼ ਪਈ ਹੈ। ਲਾਸ਼ ਕੋਲ ਖੜੇ ਕੁੱਤੇ ਮੂੰਹਾਂ ਨੂੰ ਲੱਗਿਆ ਖੂਨ ਸਾਫ਼ ਕਰ ਰਹੇ ਹਨ। ਫਿਲਮ ਬਣਾਉਣ ਵਾਲਾ ਬੰਦਾ ਦੂਰ ਖੜੀ ਲੋਕਾਂ ਦੀ ਭੀੜ ਵੱਲ ਨੂੰ ਤੁਰਿਆ ਜਾ ਰਿਹਾ ਹੈ। ਇਹ ਉਹੀ ਬੰਦਾ ਹੈ ਜਿਸ ਦੀ ਆਵਾਜ਼ ਪਛਾਣ ਮੈਂ ਜਿਸ ਦੇ ਗੰਨੇ ਦਾ ਟੋਟਾ ਮਾਰਿਆ ਸੀ। ਉਹ ਹੱਥ ਵਿੱਚ ਮੋਬਾਈਲ ਫੜੀ ਮੇਰੇ ਵੱਲ ਕੌੜੀ ਅੱਖ ਨਾਲ ਝਾਕ ਰਿਹਾ ਹੈ। ਘਰ ਵਿੱਚ ਵਹਿਣਾਂ ਦੀ ਆਵਾਜ਼ ਉੱਚੀ ਹੁੰਦੀ ਜਾ ਰਹੀ ਹੈ। ਬੰਟੀ ਦੀ ਮਾਂ ਵਹਿਣ ਪਾ ਰਹੀ ਹੈ, ਹਾਏ ਵੇ ਮੇਰੇ ਪੁੱਤ ਦੀ ਮੌਤ ਦਾ ਤਮਾਸ਼ਾ ਦੇਖਦਾ ਰਿਹਾ ਤੂੰ ਕਿਹੇ ਜਿਹਾ ਹੋ ਗਿਆ ਵੇ ਪਿੰਡਾ। ਉਹ ਪਿੰਡ ਨੂੰ ਉਲਾਂਭਾ ਦੇ ਰਹੀ ਹੈ। ਬੰਟੀ ਦਾ ਬਾਪੂ ਪਰਨੇ ਨਾਲ ਅੱਖਾਂ ਪੂੰਝ ਰਿਹਾ ਹੈ। ਸਭ ਤੋਂ ਲੰਬੇ ਕੱਦ ਵਾਲਾ ਬੰਦਾ ਪਿੰਡ ਵਾਂਗ ਨੀਵੀਂ ਪਾਈ ਬੈਠਾ ਹੈ। ਉਹਦੀ ਅੱਖ ਵਿਚਲਾ ਚੋਰ ਮੈਨੂੰ ਤਾੜ ਰਿਹਾ ਹੈ। ਬੰਟੀ ਦੀ ਲਾਸ਼ ਮੈਨੂੰ ਵੰਗਾਰ ਰਹੀ ਹੈ। ਚੱਲ ਉੱਠ ਦਲੀਪ, ਆਪਣੀ ਗੱਲ ਕਹਿ। ਉਹ ਕਿਹੜੀ ਗੱਲ ਹੈ ਜਿਸ ਦੀ ਮਾਰੀ ਭੀੜ ਦੂਰ ਖੜੀ ਤਮਾਸ਼ਾ ਦੇਖਦੀ ਰਹੀ। ਇਹ ਬੰਦਾ ਬੰਟੀ ਨੂੰ ਬਚਾਉਣ ਦੀ ਥਾਂ ਉਹਦੀ ਫਿਲਮ ਬਣਾਉਂਦਾ ਰਿਹਾ। ਲੋਕਾਂ ਨੂੰ ਪੁੱਛਣ ਵਾਲੀ ਗੱਲ ਮੇਰੇ ਹੱਡਾਂ ਵਿੱਚ ਬੈਠਣ ਲੱਗ ਪਈ ਹੈ। ਮੈਂ ਉੱਠਣ ਤੋਂ ਪਹਿਲਾਂ ਆਪਣੀ ਗੱਲ ਦਾ ਵਜ਼ਨ ਤੋਲਣ ਲੱਗ ਪਿਆ ਹਾਂ। ਉੱਠ ਦਲੀਪ, ਫਿਰ ਤਾਂ ਇਹਨਾਂ ਨੇ ਅਰਥੀ ਚੁੱਕ ਲੈਣੀ ਹੈ। ਉੱਚੀ ਸਾਰੀ ਆਖ ਮੈਂ ਆਪਣੀ ਥਾਂ ਛੱਡ ਦਿੱਤੀ ਹੈ। ਲੋਕਾਂ ਦੀ ਭੀੜ ਮੇਰੀਆਂ ਸੱਟਾਂ ਵੱਲ ਵੇਖ ਰਹੀ ਹੈ। ਸਭ ਦੀਆਂ ਅੱਖਾਂ ਹੱਸ ਰਹੀਆਂ ਹਨ। ਮੈਂ ਅੱਖਾਂ ਪੂੰਝ ਬੰਟੀ ਦੀ ਲਾਸ਼ ਵੱਲ ਨੂੰ ਤੁਰ ਪਿਆ ਹਾਂ। ਲੋਕਾਂ ਵਿੱਚ ਘੁਸਰ ਮੁਸਰ ਹੋਣ ਲੱਗ ਪਈ ਹੈ। ਹੈਂ, ਇਹ ਲੰਬਾ ਦਲੀਪ ਕਿੱਧਰ ਨੂੰ ਚੱਲਿਆ? ਚੱਲ ਹੁਣ ਪਿੱਛੇ ਨਾ ਮੁੜੀ। ਮੇਰੀ ਸੁਰਤੀ ਵਿੱਚ ਬੈਠਾ ਦਾਦਾ ਵਰਿਆਮ ਸਿੰਘ ਵਾਂਗ ਮੇਰੀ ਪਿੱਠ ਥਾਪੜਨ ਲੱਗ ਪਿਆ ਹੈ। ਉਸ ਦਾ ਥਾਪੜਾ ਲੈ ਮੈਂ ਬੰਟੀ ਦੀ ਲਾਸ਼ ਤੋਂ ਚਿੱਟੀ ਚਾਦਰ ਲਾਹ ਦਿੱਤੀ ਹੈ। ਗਿੱਠਾਂ ਨਾਲ ਉਹਦਾ ਕੱਦ ਮਿਣਨ ਲੱਗ ਪਿਆ ਹਾਂ। ਚਲੋ ਚੰਗਾ ਹੋਇਆ ਹੁਣੀ ਮਰ ਗਿਆ। ਪੰਜਵੀਂ ਗਿੱਠ ਪੂਰੀ ਨਾ ਪੈਂਦੀ ਵੇਖ ਮੇਰਾ ਰੋਣਾ ਨਿਕਲ ਗਿਆ ਹੈ। ਹੱਟ ਤੇਰੀ ਕੋਹੜੀ ਦੀ, ਮੌਕਾ ਤਾਂ ਦੇਖ ਲਿਆ ਕਰ ਬੌਣਿਆ। ਮਜ਼ਾਕ ਦੀ ਵੀ ਸਾਲੀ ਹੱਦ ਹੁੰਦੀ ਹੈ। ਸੱਥਰ ਉੱਪਰ ਬੈਠੀ ਭੀੜ ਉੱਚੀ ਉੱਚੀ ਰੌਲਾ ਪਾਉਣ ਲੱਗ ਪਈ ਹੈ। ਮਜ਼ਾਕ ਦੀ ਕੋਈ ਹੱਦ ਨਹੀਂ ਹੁੰਦੀ ਤਾਇਆ। ਮੈਂ ਇੱਕ ਗਿੱਠ ਨਾਲ ਮੁੱਠੀ ਜੋੜ ਭੀੜ ਵੱਲ ਨੂੰ ਕਰ ਦਿੱਤੀ ਹੈ। ਮੈਨੂੰ ਭੀੜ ਵਿੱਚ ਬੈਠਾ ਸਭ ਤੋਂ ਲੰਬੇ ਕੱਦ ਵਾਲਾ ਬੰਦਾ ਸਭ ਤੋਂ ਬੌਣਾ ਨਜ਼ਰ ਆ ਰਿਹਾ ਹੈ। ਉਸ ਵੱਲ ਵੇਖ ਮੇਰਾ ਹੱਥ ਕੁੜਤੇ ਹੇਠ ਲੁਕੋਈ ਜੁੱਤੀ ਵੱਲ ਨੂੰ ਸਰਕਣ ਲੱਗ ਪਿਆ ਹੈ। ਧੰਨਵਾਦ ਜੀ। ਚੌਹਾਨ ਇੰਟਰਟੇਨਮੈਂਟ ਤੁਹਾਡਾ ਆਪਣਾ, ਤੁਹਾਡੇ ਲਈ।